ਇੱਕ ਯਾਨੀ ਜੀ ਕਿ ਜੀ ਗੱਲ ਪੁੱਛਣੀ ਸੀ ਤੁਹਾਡੇ ਕੋਲ, ਥੋੜੀ ਟੈਕਨੀਕਲ ਜਿਹੀ ਜੀ ਹੈਗੀ ਜੀ ਹੈ। ਜੀ ਜੀ ਮਿਰਜ਼ੇ ਨੇ ਕਿਹਾ ਸੀ ਕਿ ਮੇਰੇ ਜਿੰਨੇ ਵੀ ਉਹ ਹੈਗੇ ਨੇ ਨਾ ਸਟੂਡੈਂਟਸ, ਉਹ ਅਬੂ ਜਹਿਲ ਦੀ ਔਲਾਦ ਨੇ। ਤੇ ਆਇਆ ਇਹ ਇਹ ਜਿਹੜਾ ਫਤਵਾ ਹੈ ਇਹ ਮਿਰਜ਼ੇ ਤੇ ਅਪਲਾਈ ਹੁੰਦਾ ਆਪ? ਨਹੀਂ, ਇੱਕ ਮਿੰਟ ਰਾਕ ਤਕੀਰ ਭਾਈ, ਆਸਿਫ ਭਾਈ ਤੁਸੀਂ ਕਹਿ ਰਹੇ ਜੀ ਸਿਰਫ ਜੀ। ਉਹ ਹਰਾਮ ਦੀ ਕਮਾਈ ਖਾਂਦਾ ਹੈ। ਉਹ ਹੱਲੇ ਤੇ ਭਾਈ ਹਰਾਮ ਦੀ ਕਮਾਈ ਨਹੀਂ ਹੈ, ਉਹ ਜਿਹੜੀ ਰਜੋ ਗਾਂ ਕੇ ਆਂਦੀ ਹੈ ਨਾ, ਗਾਂ ਜਾਂਦੀ ਰਜੋ, ਉਹ ਸਾਰੀ ਉਹਦੀ ਕਮਾਈ ਹੈਗੀ ਜਨਾਬ। ਰੱਜੋ ਕੌਣ ਆ ਯਾਰ ਹੁਣ? ਇਹ रजो ਤੁਹਾਨੂੰ वाकई ਗਲਤ यार ये ਇਨਫੋਰਮੇਸ਼ਨ ਦਿੱਤੀ फंस ਜਿਹਦੇ वो ਵਿੱਚ रज्जो पैदा हंसना कौन है? वो बात सुनी आपने? रजो फंस गई रजिया गुंडों में में और मारा भी। ਨਹੀਂ ਯਾਰ ਪਹਿਲੀ ਵਾਰੀ ਸੁਣੀ ਹੈ। हाँ ਉਹਦੇ ਨਾਲ फंस गई रजिया गुंडों में खप खप भी और मारा भी। ਅਭੀ मैं ਕਹਿ सब ਦਿੰਦੇ लफ्ज ਯਾਰ। उन सेंसर कर रहे हैं ना। ਆਹੋ ਯਾਰ। चलो फैजान भाई तुसी पढ़ो वाला ऐसे जाहिर ने ते सानू कुछ कर नहीं देना। ਚਲੋ ਮੈਂ ਇੱਕ ਮਿੰਟ ਹਵਾਲਾ ਲਾਵਾਂ ਦੁਬਾਰਾ ਜ਼ਰਾ, ਤੇ ਉਹ ਪੜ੍ਹਨਾ ਹੈ। ਉਹਨਾਂ ਇਹ ਜਿਹੜੀ ਬੀਬੀ ਨਰਜਸ ਸੀ ਨਾ ਜਨਾਬ, ਉਹ ਅੱਲਾ ਤੁਹਾਡਾ ਭਲਾ ਕਰੇ ਜੇ। ਇਹ ਇੱਕ ਮਿੰਟ ਆ ਗਿਆ। अच्छा जी, वो होना की होया जी, कश्तियाँ आपके पास पहुंचेंगी तो उनमें लोंडियाँ निकलेंगी, तो वो खरीदने जाने वालों के लिए सरदारों के एजेंट और अराक के नौजवानों के ग्रोह उनको घूरेंगे। तुम ये देखो, दूर से एक शख्स, एक रास नामी शख्स को देखो, यहाँ तक कि अपनी लौंडी जिसने 2 पतले रेशम पहने होंगे उन्हें वो बेनकाब करने और किसी एतराज़ करने वाले को छूने से परहेज करे। जो भी उनके सामने तस्लीम खाम करे, बारीक पर्दे के पीछे उनके इंकशाफात हाथ अपनी निगाहों पर कब्जा करना ताकि गुलाम उसे मारे और वो बरकरार रहे। कहती है, अगर तुम कमज़ोर हो तो देखोगे तो ख़रीदारों में से बाज़ कहते हैं, अच्छा वो मेरी ख्वाहिश को बढ़ा दिया है। इसलिए अरबी में कहती है, अगर मैं इसके साथ हम बिस्तर के साथ हाजिर होता तो मैं तुझे चाहने वाला ना होता, इसलिए मैं ग़ुलाम हूँ तो मुझे बेचना क्या है। आप नौकरानी कहती हैं ख़रीदार के इंतखाब की आज़ादी। अच्छा, यानी कि ऐसे पूरी इबारत जड़ी है ना, वैसे तर्जमा तो गूगल ने किया, तुहानू पता गूगल हाफिज़हुल्लाह किड्डा को साफ तर्जमा करता है। मैं तुहानू ना अरबी इबारत तर्जमा कर देना, उन्होंने चंगा मैं आप कर देना। अच्छा जी, वो कहता जी, वनसरतु बिहा इला हजरतिल्लती कुन्तु अवी इलैहा बि बगदाद, कि जड़ी वो बीबी नरजिस सी ना, ਉਹ ਜਨਾਬ ਜਦੋਂ ਬਗਦਾਦ ਆਈਆਂ ਨਾ, ਤੇ ਉਹ ਪਿੱਛੇ ਉਹਨਾਂ ਨੇ ਨਾ ਬੰਦਿਆਂ ਦੇ ਨਾਂ ਜ਼ਿਕਰ ਕੀਤੇ ਨੇ ਕਿ ਇਹ ਬੰਦੇ ਸਨ ਜਿਹੜੇ ਉਹਨਾਂ ਨੂੰ ਨਾਲ ਲੈ ਗਏ ਤੇ ਫਿਰ ਉਹਨਾਂ ਦੇ ਨਾਲ ਇਸਤਰਾਹਤ ਕੀਤੀ। ਤੇ ਜਿਹੜਾ ਵਾਲੀ ਬਗਦਾਦ ਸੀ, ਫਿਰ ਉਹਦੇ ਨਾਲ ਵੀ ਉਹਨਾਂ ਨੇ ਇਸਤਰਾਹਤ ਕੀਤੀ ਬਹਿ ਕੇ। ਇਹ ਕੌਣ ਨੇ ਜੀ? ਇਹ ਬੀਬੀ ਨਰਜਿਸ ਨੇ, ਇਹ ਇਹਨਾਂ ਦੀ ਕਿਤਾਬ ਦੇ ਵਿੱਚ ਲਿਖਿਆ ਹੈਗਾ। ਤੇ ਜਿਹਨੂੰ ਹੈ ਮਾਜ਼ਅੱਲਾ ਇਮਾਮ ਮਹਿਦੀ ਜਿਹੜੇ ਨੇ। बीबी नरजिस ने क्या कि मेरे नाल कीता है। ਆਹੋ ਜੀ, ਉੱਤੇ ਸਭ ਨਾਲ ਉੱਤੇ ਪੇਪਰ ਪੜ੍ਹੋ ਨਾ, ਤੇ ਉੱਤੇ ਲਿਖਿਆ ਨਰਜਿਸ ਅਲੈਹਿਸਲਾਮ ਕਮਾਲੁਦੀਨ ਜਿਲਦੋ, ਸਫੇ ਦੇ ਬਿਲਕੁਲ ਉੱਤੇ ਲਿਖਿਆ ਹੈ, ਜੋ ਉਹਦੇ ਤਜ਼ਕਿਰੇ ਬਿਆਨ ਹੋ ਰਹੇ ਨੇ ਇੱਥੇ। वाह रे गुजर ਇਹ ਮੈਂ ਨਾ कैसा ਸਾਰਿਆਂ ਨੂੰ बा ਫॉलो करना जिन्ने मसलक है कैसा ने, सारी मैं 12वां है, जन्नत च जावांगा। कैसा 12वां है वो। नरजिस ओदी की लगदी सी 12वें दी अम्मी। पता नहीं यार ਇਹ ਕਿਹੜੀ ਕਿਤਾਬ ਹੈ? मैं ਕਿਤਾਬ गुजर ਕਿਹੜੀ है? नरजिस की लगदी सी 12वें दी। किताब उस्मान भाई, किहड़ी? अब मेरा हेडफोन सही नहीं, 12वां कह रहे हो 12ला कह रहे हो? समझ नहीं आ रही। बारला नहीं ते नहीं, मैं मैं फैजान भाई 12वां पूछूंगा ना, बारला केड़ा सी 12वां जिने जिहदे नाल कीता नरजिस यार ने। 12वां इमाम महदी नहीं? ਉਹ ਤੇ ਹਲੇ ਪੈਦਾ ਹੋਣਗੇ ਨਾ। ਉਹ ਇਹ ਨੰਬਰਿੰਗ ਆਈ ਕਿੱਥੋਂ? ਇਹ 12 11 ਵਾਲੀ ਇਹਨਾਂ ਨੇ इंटरनेशनल ਕੱਢੀ ਹੈ नंबरिंग, ਭਾਈ ਉਹ ਤੇ। इंटरनेशनल ਇੰਟਰਨੈਸ਼ਨਲ नंबरिंग। ਨੰਬਰਿੰਗ ਆਈ ਕਿੱਥੋਂ? ਇਹ 12 11 ਵਾਲੀ ਉਹਨਾਂ ਹਾਂ ਦੇ ਤੁਸੀਂ ਜ਼ਰਾ ਜਾ ਕੇ ਹਿਸਟਰੀ ਤੇ ਪੜ੍ਹ ਕੇ ਦੇਖੋ, नहीं ਉਹਨਾਂ ਦੇ हुन ਵਿੱਚ ਤੇ ਕਈਆਂ हुन ਕਈਆਂ तुसी ਕਈਆਂ ਦੇ ਹੋਰੇ 24 ਇਮਾਮ ਨੇ ਤੇ ਕਈਆਂ ਦੇ ਪਤਾ ਨਹੀਂ ਕਿੰਨੇ ਨੇ ਤੇ ਕਈਆਂ ਦੇ ਕਿੰਨੇ ਨੇ। ਉਹ ਬਿਲਕੁਲ ਜ਼ਿਆਦੀ ਬਿਲਕੁਲ। ਜਿਹੜੇ ਨੇ ਅੱਛਾ, ਉਹ ਅਸੀਂ ਮੰਨਦੇ ਕੱਲ ਨੇ ਹੀ ਗੱਲ ਕਰ ਰਹੇ ਇਸ ਸੀ, ਤਰਤੀਬ ਨੂੰ ਮੰਨਦੇ ਨੇ ਉਹ। ਅਸੀਂ ਕੱਲ ਹੀ ਨਾ ਜ਼- फैजान भाई असफ भाई ਅਸੀਂ ਕੱਲ ਹੀ ਗੱਲ ਕਰ ਰਹੇ ਸੀ
ਕਿ ਇਹ ਭਾਈ ਇੱਕ ਬੁੱਤ ਘੜ ਕੇ ਬਹਿ ਜਾਣ ਤੇ ਬੁੱਤ ਨੂੰ ਕਹਿ ਦੇਣ ਇਹ ਸਾਡਾ 12ਵਾਂ ਇਹ ਇਮਾਮ ਹੈ ਉਹੀ ਜਿਹੜਾ ਆਏਗਾ ਤੇ ਉਹਨੂੰ ਕੀ ਮੰਨਣ ਲੱਗ ਜਾਗੇ ਅਸੀਂ ਹੈ। ਤੁਸੀਂ ਕੱਲ ਨੂੰ ਕਿਸੇ ਹੋਰ ਕੋਈ ਰੰਡੀ ਹੋਵੇ ਉਹਦੇ ਵਿੱਚੋਂ ਕੋਈ ਉਹ ਪੈਦਾ ਅੱਛਾ ਉਹ ਕਿ ਇਹਨੂੰ ਮੰਨ ਲਓ। ਓਏ ਅੱਜ ਮੈਂ ਪੈਰ ਰੱਖਤਾ ਭਾਜੀ ਦੋਵਾਂ ਤੇ ਸਾਰਿਆਂ ਦੇ। ਉਹ ਨਾ ਉੱਥੇ ਅਦੀਲ ਬੈਠਾ ਸੀ ਇੱਕ, ਉਹ ਰਾਫਜ਼ੀ ਨੀ ਗਾ ਨੰਬਰੀ ਸਟੂਡੈਂਟ ਅਦੀਲ, ਇੱਕ ਉਹ ਸੀ ਕਸ਼ਮੀਰੀ ਸੀ ਤੇ 2 ਕੁ ਹੋਰ ਹੈਗੇ ਸਨ। ਅੱਛਾ ਜੀ ਹੁਣ ਨਾ ਉਹ ਕਹਿਣ ਕਿ ਅਬੂ ਬਕਰ ਨੇ ਐਸਾ ਕਰ, ਮੈਂ ਕਿਹਾ ਬੰਦੇ ਦਾ ਪੁੱਤਰ ਬਣ ਜਾਓ ਨਹੀਂ ਤੇ ਮੈਂ ਜਿਹੜਾ ਨੰਗਾ ਕਾਰ 'ਚ ਬੈਠਾ ਉਹਨੂੰ ਚੁੱਕ ਕੇ ਬਾਹਰ ਸੁੱਟ ਦੇਣਾ। ਓਏ ਓਏ ਉਹਦਾ ਸਾਰੇ ਤਰਫ ਨਹੀਂ ਨਾ ਬਚ ਗਈ। ਓਏ ਹੋਏ 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 ਆਸਾ ਭਾਈ ਯਕੀਨ ਮੰਨੋ ਸਾਰਿਆਂ ਨੂੰ ਤਰਫ ਨਹੀਂ ਬਚ ਗਈ। ਇੱਧਰ ਹੈ ਕੀ ਹੋਇਆ ਸਾਡੇ ਨਾਲ? ਕਹਿੰਦਾ ਕੁਝ ਬਾ ਨੋਟ ਕਰਦਾ ਹੋਏਗਾ, ਕਹਿੰਦਾ ਆਪਕੋ ਬਾਤ ਕਰਨੇ की तमीज नहीं है। ਤੇ ਮੈਂ ਕਿਹਾ ਤੂੰ ਕਿਵੇਂ ਨਾਮ ਲੈ ਰਿਹਾ, ਤੈਨੂੰ ਤਮੀਜ਼ ਹੈ? ਮੈਂ ਕਿਹਾ ਤੂੰ ਸਾਡੇ ਮੁਸਲਮਾਨ ਕਿਉਂ ਛੇੜਨਾ ਪਿਆ? ਜਿਹੜਾ ਮੁੰਡਾ ਨਹੀਂ ਆਇਆ ਸੀ ਜੋਗੀ, ਅੱਛਾ ਹੁਣ ਉਹਨੂੰ ਨਾ ਸਾਰੇ ਘੇਰ ਕੇ ਬੈਠੇ ਸਨ ਉੱਤੇ, ਉਹ ਇਕੱਲਾ ਹੈਗਾ ਸੀ ਤੇ ਉਹ 5-6 ਜਣੇ ਭਾਏ ਸਨ ਉਹਨਾਂ ਉੱਤੇ। ਅੱਛਾ ਤੇ ਹੁਣ ਵਿਚਾਰੇ ਕੋਲ ਗੱਲ ਵੀ ਨਾ ਹੋਵੇ, ਸਿਰਫ ਖਾਲੀ ਰੈਫਰੈਂਸ ਯਾਦ ਕਰਨ ਨਾਲ ਉਹ ਗੱਲ ਥੋੜੀ ਹੁੰਦੀ ਹੈ। ਜੇ ਖਾਲੀ ਤੁਸੀਂ ਰੈਫਰੈਂਸ ਯਾਦ ਕੀਤੇ ਹੁੰਦੇ ਤੁਸੀਂ ਅਗਲੇ ਬੰਦੇ ਨੂੰ ਚੁੱਪ ਕਰਾ ਦਿਓ ਯਾਰ ਤੇ ਮਾਮਲਾ ਨਹੀਂ ਨਾ ਹੁੰਦਾ। ਉਹ ਵਿਚਾਰੇ ਨੇ ਹੁਣ ਯਾਦ ਤੇ ਕੀਤੇ ਸਨ ਲੇਕਿਨ ਉਹ ਹੁਣ ਇਹ ਸਾਰੇ ਹੈਗੇ ਸਨ ਪੂਰੇ ਦਿਨਾਂ ਦੇ। ਤੁਹਾਨੂੰ ਪਤਾ ਹੈਗਾ ਇਹਨਾਂ ਦਾ ਇੱਕ ਨੋਵਲ ਵੀ ਹੈਗਾ ਸੀ ਜਿਹਦੇ ਨਾਲ ਮੇਰੀ ਉਹ ਸੂਰਜ ਹਦੀਸ ਤੇ ਗੱਲ ਹੋਈ ਸੀ ਤੇ ਜਿਹੜਾ ਕਹਿੰਦਾ ਸੀ ਯਾਰ ਤੇਰੇ ਨਾਲ ਮੈਂ ਨਾ ਪ੍ਰਾਈਵੇਟ ਸੈਸ਼ਨ ਕਰਨਾ ਹੈਗਾ ਸੂਰਜ ਹਦੀਸ ਬਾਰੇ। ਮੈਂ ਕਿਹਾ ਚੱਲ ਕਰ ਲੈ। ਅੱਛਾ ਉਹ ਵੀ ਉੱਥੇ ਸੀ। ਮੈਂ ਫਿਰ ਗਿਆ, ਮੈਂ ਕਿਹਾ ਉਹ ਸੁਣ ਲਓ ਇਹ ਜਿਹੜਾ ਨੰਗਾ ਵਾਰ ਚ ਨੱਸ ਗਿਆ ਅਸਲ ਕੁਰਾਨ ਨਾਲ ਲੈ ਗਿਆ। ਜਦੋਂ ਬਾਹਰ ਆਏਗਾ ਤੇ ਆ ਕੇ ਦਹਿਸ਼ਤਗਰਦੀ ਕਰੇਗਾ। ਮੈਂ ਕੋਈ 4-5 ਗੱਲਾਂ ਨਾਲ ਲਾਈ ਆ, ਉਹ ਸਾਰੇ ਰੋਣ ਲੱਗ ਪਏ। ਮੈਨੂੰ ਥੱਲੇ ਲਾਤਾ ਉਹਨੇ ਜੋਗੀ ਨੇ ਮਾਰ ਕੇ। ਕਿਉਂ? ਨਹੀਂ ਯਾਰ ਜੋਗੀ ਅੱਛਾ ਬੰਦਾ, ਪਰ ਭਾਈ ਕਿਸੇ ਦੀ ਜਾ ਕੇ ਸਾਰੀ ਕਰੋਗੇ ਨਾ ਯਕੀਨ ਕਰੋ ਵੀ ਜੋਗੀ ਨੇ ਤੁਹਾਨੂੰ ਕਿਉਂ ਥੱਲੇ ਲਾਇਆ? ਇੱਕ ਮਿੰਟ ਜੋਗੀ ਨੇ ਕਿਉਂ ਥੱਲੇ ਲਾਇਆ? ਜੋਗੀ ਨੇ ਮੈਨੂੰ ਭਾਈ ਥੱਲੇ ਲਾਤਾ ਕਿ ਮੈਂ ਜਿਹੜਾ ਹੈਗਾ ਵਾ ਨਾ ਮੈਂ ਸਿੱਧੀਆਂ ਗੱਲਾਂ ਸੁਣਾ ਰਿਹਾ ਵਾਂ। ਉਹਨੇ ਯਾਨੀ ਕਿ ਬਾਕੀ ਸਾਰਿਆਂ ਨੂੰ ਥੱਲੇ ਲਾਤਾ, ਨੋਵਲ ਨੂੰ ਉੱਤੇ ਰਹਿਣ ਦਿੱਤਾ ਤੇ ਆਪ ਉੱਤੇ ਰਹਿ ਕੇ ਸਿਰਫ ਦੋਵਾਂ ਨੇ ਆਪਸ 'ਚ ਗੱਲਾਂ ਕੀਤੀਆਂ, ਬਾਕੀ ਸਾਰਿਆਂ ਨੂੰ ਥੱਲੇ ਸੁੱਟਦਾ ਉਹਨੇ ਫੜ ਕੇ। ਮੈਂ ਕਿਹਾ ਠੀਕ ਹੈ ਭਾਈ ਮਰਜ਼ੀ ਹੈ ਤੇਰੀ। ਮੈਂ ਵੀ ਉਸ ਬਰੋਡ 'ਚ ਹਾਂ ਯਾਰ ਜਿੱਥੇ ਨੋਵਲਾਂ ਵਧੀਆ ਜਿੱਥੇ ਉਹ ਸਾਰਿਆਂ ਨੂੰ ਥੱਲੇ ਸੁੱਟਦਾ ਸੀ ਫੜ ਕੇ। ਪਰ ਯਾਰ ਅਗਰ ਤੁਸੀਂ ਉਹਨਾਂ ਨੂੰ ਇੰਝ ਗੱਲਾਂ ਕਰੋਗੇ ਨਾ ਤੇ ਉਹ ਵੀ ਅੱਗੂ ਕਰਨਗੇ ਯਾਰ, ਫਿਰ ਉਹ ਜਿੰਨਾ ਤੇ ਕਰਨਗੇ ਸਾਡੇ ਕੋਲ ਬਰਦਾਸ਼ਤ मेरी गल सुन। अच्छा जी आसिफ भाई उत्थे की कह रहा है कि देखो जी खलीफा अबू बकर ने ये किया, वो जो आयशा थी उसने ये किया। मैं कहो तेनू तमीज ही नहीं गल करन दी। कोई एक राफजी आया सी उत्थे ना, ओ हुन ओदा नाम नहीं मेरे ज़हन च हैगा। एक राफजी आया सी कहंदा आयशा ने ये किया। मैं कहो तमीज ना नाल है, तेनू तमीज नहीं है गल करन दी। ਜਦੋਂ ਇੱਥੇ ਆ ਕੇ ਵਜ ਰਸੂਲ ਦੇ ਬਾਰੇ ਉਹਨੇ ਬਕਵਾਸ ਕੀਤੀ ਨਾ ਫਿਰ ਮੇਰਾ ਮੀਟਰ ਸ਼ਾਰਟ ਹੋ ਗਿਆ। ਹਾਲਾਂਕਿ ਗਾਲਾਂ ਤਾਂ ਨਹੀਂ ਮੈਂ ਕੱਢਦਾ ਹੈਗਾ, ਨਾ ਮੈਂ ਉੱਥੇ ਕੋਈ ਗਾਲ ਕੱਢੀ ਹੈ, ਲੇਕਿਨ ਫਿਰ ਕੀ ਨਾਮ ਹੈ ਮੈਂ ਕਿ ਆ ਜਾਓ ਨਹੀਂ ਫਿਰ ਤੁਹਾਡੇ ਬਾਹਰ ਮੈਨੂੰ ਕੱਢੀਏ ਫਿਰ ਜ਼ਰਾ ਕਾਰ ਦੇ ਵਿੱਚ ਥੋੜਾ ਜਿਹਾ ਉਹਨੂੰ ਝੂਟਾ ਦੇ ਕੇ ਨਾ ਬਾਹਰੋਂ ਠੰਡੀ ਹਵਾ ਦਾ ਫਿਰ ਦੁਬਾਰਾ ਅੰਦਰ ਵਾੜ ਦਈਏ। ਦੇਖੋ ਜਿਹੜਾ ਇਹਨਾਂ ਨੇ ਰਾਜ਼ੀਆਂ ਨੇ ਯਾਰ ਉਹ ਤੇ ਕਾਜ਼ਮੀ ਤੇ ਨੋਵਲ ਹੀ ਹਨ ਬਸ। ਜਿਹੜਾ ਇਹਨਾਂ ਨੇ 12ਵਾਂ ਘੜਿਆ ਨਾ ਖੁਦ ਬਖੁਦ ਕੋਈ ਸ਼ਖਸੀਅਤ ਹੀ ਨਹੀਂ, ਕੋਈ ਸਾਬਤ ਹੀ ਨਹੀਂ। ਫਿਰ ਉਹਦੇ ਕਿਰਦਾਰ ਉਹਦੇ ਅਮਾਲ ਜਿਹੜੇ ਇਹਨਾਂ ਨੇ ਲਿਖੇ ਨੇ ਉਸਮਾਨ ਭਾਈ ਉਹ ਲਿਖੇ ਨੇ ਜਿਹੜੇ ਬਿਲਕੁਲ ਮੁਤਸਾਦਮ। ਉਸਮਾਨ ਭਾਈ ਇਹ ਉਸ ਦਿਨ ਗੁਜਰ ਉੱਥੇ ਬਹਿ ਕੇ ਨਾ ਤਾੜੀਆਂ ਮਾਰਨ ਡਿਆ ਸੀ ਇਹ ਬੀਆਰ ਰਹਮਾਨ ਦੀ ਬਰਾੜ ਦੇ ਉੱਤੇ। ਇਹਨੂੰ ਪੁੱਛਣਾ ਵੇ ਕਿ ਇਹ ਕਿਸ ਕੋਸ਼ਿਸ਼ ਨਾਲ ਤਾੜੀਆਂ ਮਾਰਨ ਡਿਆ ਸੀ ਉੱਥੇ? ਕਿਹੜੀ ਬਰੋੜ ਦੇ ਭਲਾ? ਰਾਫਜ਼ੀ ਤੇ ਤਕੀਆ ਸ਼ੀਆ ਬਾਜ਼ ਰਾਫਜ਼ੀ ਹਰ ਜਗ੍ਹਾ ਤੇ ਰਲ ਜਾਂਦੇ ਨੇ। ਇਹੀ ਤਾਂ ਅੱਛਾ ਆਸਫ ਭਾਈ ਔਰ ਉਸਮਾਨ ਭਾਈ ਅੱਜ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ। ਜੀ ਇਹ ਗੱਲ ਮੈਂ ਯਾਨੀ ਕਿ ਬਹੁਤ ਅਰਸੇ ਬਾਅਦ ਮੈਨੂੰ ਯਾਦ ਆਈ, ਤਕਰੀਬਨ ਨਾ ਕੋਈ 1.5 ਸਾਲ ਬਾਅਦ। ਸਾਡਾ ਨਾ ਸ਼ੀਆ ਜ਼ਾਕਰਾਂ ਦੇ ਨਾਲ ਹੈਗਾ ਸੀ ਮੁਨਾਜ਼ਰਾ, ਯਾਨੀ ਕਿ 7-8 ਜ਼ਾਕਰ ਸਨ ਜੀ, ਮੈਂ ਸਾਂ ਤੇ ਅਲੀ ਭਾਈ ਸਾਂ, ਅਸੀਂ 2 ਜਣੇ ਸਾਂ। ਅੱਛਾ ਹੁਣ ਉਹ ਕਹਿੰਦਾ ਪਿਆ ਕਿ ਮੈਂ ਕਿਹਾ ਜੀ ਦੇਖੋ ਕਿ ਅਗਰ ਤੂੰ ਕਹੇ ਇੰਨਮਾ ਯੁਰੀਦੁल्लाहु लियज़हिबा अन्कुम रिजसा अहलल बैत, ਅੱਲਾਹ ਪਾਕ ਨੇ ਹਰ ਕਿਸਮ ਦੀ ਨਜਾਸਤ ਦੂਰ ਕਰਤੀ। ਤੇ ਮੈਂ ਕਿਹਾ ਫਿਰ ਜਿਹੜੀ ਉਹ ਇੱਕ ਜਦੋਂ ਔਲਾਦ ਪੈਦਾ ਹੁੰਦੀ ਜਿਹੜੀ ਨਜਾਸਤ ਹੁੰਦੀ ਉਹ ਤੋਂ ਵੀ ਦੂਰ ਸਨ। ਕਹਿੰਦਾ ਅਹਲੇ बैत इन चीज़ों से पाक है। मैं क्या अच्छा, मैं क्या वो क्यों है? कहता है उनके यहाँ विरादत कैसे होती है मैं आपको बताता हूँ। मैं क्या अच्छा जी? कहता जी वो गालिबन इमाम तकी जड़े नहीं है, इमाम तकी इमाम मूसा काज़िम के इमाम अली रज़ा की ना ने पुत्र ने भला इमाम जाफर सादिक दे ना नहीं इमाम अली रज़ा। हाँ जी हाँ जी इमाम जाफर सादिक। कहते इमाम जाफर सादिक घर आए उन्हें पसीना आया था, उन्होंने अपना ऐसा पसीना झाड़ कर जमीन में फेंका तो इमाम जाफर सादिक बाहर चले गए। जब वापस आए तो इमाम अली रज़ा वहाँ पर खेल रहे थे। कर लो गल
ਨਹੀਂ ਤੁਸਾਂ ਉਹਦੀ ਜਿਹੜਾ ਇਹਨਾਂ ਦਾ ਬਾਹਰਵਾਂ ਸਮਝੇ ਨਹੀਂ ਉਹਦਾ ਅਸਲ ਚ। ਪੈਦਾਇਸ਼ ਦਾ ਵਾਕਿਆ ਨਹੀਂ ਪੜਿਆ ਦਾ? ਕਿਹਦੀ ਭਲਾ? ਜਿਹੜਾ 12ਵੇਂ ਦੀ ਪੈਦਾਇਸ਼ ਦਾ ਵਾਕਿਆ ਨਹੀਂ ਪੜਿਆ ਦਾ? ਇਹ ਨਹੀਂ ਵੈਰੀ ਪੜਿਆ ਫਿਰ। ਉਹ 12ਵੇਂ ਦੀ ਪੈਦਾਇਸ਼ ਦਾ ਵਾਕਿਆ ਵੀ ਇਸੇ ਤਰ੍ਹਾਂ ਹੀ ਹੈ ਕਿ ਉਹਨੂੰ ਜਿਹੜਾ ਵੇ ਨਾ ਉਹ ਜਿਹੜਾ ਵੇ ਨਾ ਉਹ ਜਾਂਗ ਦੇ ਜ਼ਰੀਏ ਪੈਦਾ ਹੋਇਆ ਵੇ। ਜਾਂਗ ਨਹੀਂ ਹੁੰਦੀ ਇੱਕ ਤੇ ਇਹ ਜਿਹਨੂੰ ਪੱਟ ਕਹਿੰਦੇ ਨੇ। ਜੀ ਜੀ ਹਾਂਜੀ 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 ਹਾਂ, ਹਾਂਜੀ ਪੱਟ। ਲੱਗੀ ਸਮਝ। ਠੀਕ ਹੈ ਠੀਕ। ਪੱਟ ਦੇ ਵਿੱਚੋਂ ਜਿਹੜਾ ਨਾ ਨਿਕਲ ਕੇ ਤੇ ਖਲੋਤਾ ਹੈ ਤੇ ਖਲੋਂਦੀ ਉਹਦੇ ਨਾਰੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਹਾਂ ਸਹੀ। ਅੱਛਾ ਯਾਰ ਮੇਰੇ ਨਾ ਜਿਹੜੀ ਉਹ ਪੈਦਾ ਇਹਦਾ ਸਪੋਰਟਰ ਸੀ। हाँ, जिनको ये बुरा भला कहते हैं ना, वो तो अहले तकलीफ, राफजी और जो अहले सुन्नत हैं, उनके शख्सियत है, यानी कि वो साबित है वो शख्सियत। ਯਾਰ ਮਨਸੂਸ ਮਿਨ ਅੱਲਾ ਬਾਰੇ ਤੁਹਾਡਾ ਕੀ ਅਕੀਦਾ? ते अस वो फैजान भाई बताएंगे। तो वो ये ਮਨਸੂਸ ਮਿਨ ਅੱਲਾ ਦੇ ਅੰਬੀਆ ਹੁੰਦੇ ਨੇ। ਮਹਿਸੂਸ ਮਿਨ ਅੱਲਾ ਹੁੰਦਾ ਕੀ ਹੈ ਪਹਿਲੇ ਇਹ ਮਨਸੂਸ ਮਿਨ ਅੱਲਾ ਜਿਹੜਾ ਵੇ ਨਾ ਉਹ ਅੱਲਾ ਸਿਰਫ ਕੇ ਅੰਬੀਆ ਹੁੰਦੇ ਨੇ। ਅੰਬੀਆ ਸਿਰਫ ਜਿਹੜੇ ਨੇ ਨਾ ਉਹ ਅੱਲਾ ਦੀ ਤਰਫ ਜਿਹੜਾ ਵੇ ਨਾ ਉਹ ਮਬੂਸ ਹੁੰਦੇ ਨੇ। ਮਨਸੂਸ ਤਾਂ ਪਤਾ ਨਹੀਂ ਕਿੱਥੋਂ ਇਹਨਾਂ ਨੇ ਕੱਢਿਆ ਵੇ। ਬਹਰਹਾਲ ਅੰਬੀਆ ਹੀ ਸਿਰਫ ਹੁੰਦੇ ਨੇ ਜਿਹਨਾਂ ਤੋਂ ਤੁਸੀਂ ਕਹਿ ਸਕਦੇ ਹੋ ਅੰਬੀਆ ਤੇ ਰਸੂਲ ਜਿਹੜੇ ਨੇ ਨਾ ਉਹਨਾਂ ਦੇ ਬਾਰੇ ਤੁਸੀਂ ਕਹਿ ਸਕਦੇ ਹੋ ਕਿ ਅੱਲਾ ਉਹਨਾਂ ਨੂੰ ਮਬੂਸ ਕਰਦਾ ਵੇ। ਉਹ ਇਹ ਕਹਿੰਦੇ ਨੇ ਉਹ ਮਬੂਸ ਨੂੰ ਇਹਨਾਂ ਨੇ ਬਦਲ ਕੇ ਮਨਸੂਸ ਕਰ ਲਿਆ ਹੈ। ਮਨਸੂਸ ਦਾ ਮਤਲਬ ਉਹਨਾਂ ਰੱਖਿਆ ਅੱਲਾ ਦੇ ਚੁਣੇ ਹੋਏ। ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਏ ਕਿ ਉਹਨਾਂ ਨੇ ਮਬੂਸ ਜਿਹੜਾ ਲਫ਼ਜ਼ ਹੈ ਨਾ ਜਿਹੜਾ ਅੰਬੀਆ ਸੇ ਇਸਤੇਮਾਲ ਹੁੰਦਾ ਹੈ ਨਾ ਉਹਨੂੰ ਉਹਨਾਂ ਨੇ ਬਦਲ ਕੇ ਤੇ ਮਨਸੂਸ ਕਰ ਲਏ। अच्छा, कादियानी भी कहते हैं कि ये जो हमारे खलीफे हैं ना, ये अल्लाह चुनता है, ਆਹੋ अल्लाह ने चुने। ਆਹੋ ਉਹੀ ਯਾਰ ਉਹਨੂੰ ਸਪੋਰਟਿਵ ਸੂਰਤ ਨੂਰ ਦੀ ਸ਼ਾਇਦ ਆਇਤ ਨੰਬਰ 55 ਲੰਦੇ ਨੇ। ਕੀ ਮੈਨੂੰ ਮੱਠਾ ਜਿਹਾ ਪੜ੍ਹੋ ਰੈਫਰੈਂਸ ਨਾ। ਯਾਦ ਹੈ, ਬਾਕੀ ਕਲੀਅਰ ਕੱਟ ਨਹੀਂ ਹੈ ਕਿ ਅੱਲਾਹ ਤਾਲਾ ਕਹਿੰਦਾ ਕਿ ਅਗਰ ਤੁਸੀਂ ਪਰਹੇਜ਼ਗਾਰੀ ਕਰੋਗੇ ਤਾਂ ਮੈਂ ਤੁਹਾਨੂੰ ਦੁਨੀਆ ਤੇ बेचारा ਖਲੀਫਾ किडे ਬਣਾਵਾਂਗਾ। किडे वल पा के दस रहा बेचारा सीधा क्या असी इंज करते हैं, असी इंज करने हैं। ਅੱਛਾ ਮੇਰੀ ਗੱਲ ਸੁਣੋ। ਸਹੀ ਹੈ, ਸਹੀ ਹੈ। ਉਹ ਅੱਲਾਹ ਤਾਲਾ ਦੀ ਜ਼ਾਤ ਨੇ ਕੀ ਕਿਹਾ ਵੀ ਸੂਰਾ ਨੂਰ ਦੀ ਆਇਤ ਨੰਬਰ 55 ਦੇ ਵਿੱਚ? ਯਾਰ ਉਹ ਸ਼ਾਇਦ ਇੰਝ ਹੈ ਕਿ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਨਾ ਅਗਰ ਤੁਸੀਂ ਨੇਕੀ ਪਰਹੇਜ਼ਗਾਰੀ ਕਰੋਗੇ ਤਾਂ ਮੈਂ ਤੁਹਾਨੂੰ ਦੁਨੀਆ ਤੇ ਆਪਣਾ ਖਲੀਫਾ ਬਣਾਵਾਂਗਾ। ਇਸ ਤਰ੍ਹਾਂ ਦੇ ਅਲਫਾਜ਼ ਉਹ ਬਿਲਕੁਲ ਕਾਦੀਆਨੀ ਵਾਲਾ ਹਿਸਾਬ। ਉਹ ਕਾਦੀਆਨੀ ਵੀ ਕਹਿੰਦੇ ਨੇ ਅਨਾਮ ਅੱਲਾਹੁ ਮਾ ਨਬੀਨ ਵ ਸਿੱਦੀਕੀਨ ਵ ਸ਼ੁਹਦਾ। ਉਹ ਜਿਹੜਾ ਕਰਦੇ ਨੇ ਨਾ ਇਸਤਦਲਾਲ ਐਸ ਆਇਤ ਤੋਂ, ਉਹ ਬਿਲਕੁਲ ਉਹੀ ਸ਼ੀਆ ਵਾਲਾ ਹਿਸਾਬ। ਨਹੀਂ ਨਹੀਂ ਅਸਲ ਭਾਈ ਉਹ ਇੱਕ ਇਹ ਨਾ ਦੋ इस्तेदलाल करते हैं। एक करते हैं कि मस्तखलफ अल्लज़ीना फिल अर्दी, कि मैं ज़मीन में अपना अच्छा। खलीफा बनाऊंगा उन लोगों को कि जो नेक अमाल करते हैं। ये आयत हाँ, कुछ और हाँ, है। जी। फिर दूसरी आयत ਜਿਹੜੀ ਆਇਤ ਹੈ ਨਾ इस्तिखलाफ हाँ जी आयत इस्तिखलाफ कहीदा ਇਹਨੂੰ। ਇਹ ਪੀਰ ਮਹਿਰ ਅਲੀ ਸ਼ਾਹ ਸਾਹਿਬ ਰਹਿਮਤੁल्लाह ਅਲੈਹ ਨੇ ਕਮੋਬੇ 26 ਆਇਤ ਲੈ ਕੇ ਨਾ ਕੁਰਾਨ ਪਾਕ ਦੀਆਂ ਉੱਥੋਂ ਸਹਾਬਾ ਕਰਾਮ ਦੀ ਖਿਲਾਫਤ ਸਾਬਤ ਕੀਤੀ ਹੈ ਆਪਨੇ ਜੀ ਕਿ ਇਹ ਜਿਹੜੀ ਖਿਲਾਫਤ ਹੈ ਇਹ ਕੋਈ ਮਨਸੂਸ ਮਿਨ ਅੱਲਾ ਨਹੀਂ ਹੁੰਦੀ ਹੈ, ਲੇਕਿਨ ਜੀ ਇਹ ਖਿਲਾਫਤ ਉਹ ਹੁੰਦੀ ਹੈ ਕਿ ਜਿਹਦੇ ਵਿੱਚ ਅੱਲਾਹ ਤਾਲਾ ਦੀ ਰਜ਼ਾ ਸ਼ਾਮਿਲ ਹੁੰਦੀ ਹੈ ਤੇ ਅੱਲਾਹ ਤਾਲਾ ਨੇ ਆਮ ਮੂਮਿਨਾਂ ਉੱਤੇ ਛੱਡਿਆ ਹੁੰਦਾ ਕਿ ਉਹ ਆਪਣੇ ਵਿੱਚੋਂ ਆਪਣਾ ਖਲੀਫਾ ਚੁਣਨ, ਆਪਣਾ ਅਮੀਰ ਚੁਣਨ। ਜੀ ਅੱਛਾ ਯਾਰ ਇੱਕ अस्सलाम ਨਾ वालेकुम वरहमतुल्लाहि वबरकातुहू। वालेकुम अस्सलाम। मेरे दोस्तों, मैंने कुछ कहना था कि ये जो गुजर ब्रांड बैठा हुआ है ना, मैनू लग रहा है कि ਇਹਦਾ दिल कर रहा है राह रास्ते आने का ना। उस्मान भाई इसको थोड़ा सा ना समझाएं, मुझे फील हो रहा है कि ये राह रास्ते ना चाह रहा है। ਜੇ ਇਹ ਰਾਸਤੇ ਆਣਾ ਚਾਹ ਰਿਹਾ ਨਾ ਤੇ ਸਾਨੂੰ ਸਾਰਿਆਂ ਨੂੰ ਭਟਕਿਆ ਸਮਝੋ। नहीं नहीं आएगा यार, आएगा उस्मान भाई। ਸਲਮਾਨ ਭਾਈ ਇੰਨੇ ਰਾਹੇ ਰਾਸਤੇ ਨਹੀਂ ਆਣਾ ਹੈਗਾ। ਇੰਨੇ ਸਾਰਿਆਂ ਨੂੰ ਨਾ ਰਾਹ ਤੇ ਲੈ ਕੇ ਨਾ ਤੇ ਫਿਰ ਉਹ ਰਾਸਤਬਾਜ਼ੀ ਕਰਨੀ ਹੈ। ये नहीं क्या ਤੁਹਾਡੇ ਕੋਲੋਂ ਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਚੁਣ ਰਿਹਾ ਹੈ, ਫਿਰ ਉੱਥੇ ਜਾ ਕੇ ਸਟੋਰੀ ਸੁਣਾਏਗਾ। ਮਸਲਾ ਇਹ ਵੇ ਨਾ ਕਿ ਆਸਫ ਭਾਈ ਦੱਸ ਦੇਂਗੇ ਹੈਗਾ ਇੰਨੇ ਸਾਡੇ ਕੋਲ ਦਲਾਇਲ ਲੈਣੇ ਨੇ। ਇਹ ਨਾ ਚੁਗਲਖੋਰੀ ਗਾ ਅਸਲ ਦੇ ਵਿੱਚ। ਇੰਨੇ ਦੋ ਦਲਾਇਲ ਸੁਣਨੇ ਨੇ ਸਾਡੀਆਂ ਗੱਲਾਂ ਸੁਣਨੀਆਂ, ਉੱਥੇ ਜਾ ਕੇ ਕਹਿਣੀਆਂ ਉਹ ਇਹ ਗੱਲਾਂ ਕਰਦੇ ਪਏ ਨੇ। ਅੱਛਾ ਯਾਰ ਮੇਰੀ ਗੱਲ ਇਹ ਸੁਣੋ, ਬਹੁਤ ਵੱਡੀ ਇੱਕ ਗੱਲ ਫਿਲਮ ਮੇਰੀ ਸੁਣੋ। ਅਗਰ ਮੈਂ ਤੁਹਾਡੀ ਕੋਈ ਗੱਲ ਕਰਾਂਗਾ ਤਾਂ ਮੈਂ ਤੁਹਾਡੇ ਸਾਹਮਣੇ ਕਰਾਂਗਾ, ਇਹ ਗੱਲ ਯਾਦ ਰੱਖਿਓ। ਬੇਸ਼ੱਕ ਮੇਰੀ ਆਈਡੀ ਤੇ ਕੋਈ ਬੰਦਾ ਛੱਡ ਦੋ ਭਾਵੇਂ, ਤੇ ਪਤਾ ਕਰ ਲਿਓ ਮੈਂ ਕੀ ਚਾਹੁੰਦਾ। ਯਾਰ ਹੁਣ ਸਾਡੇ ਕੋਲ ਪਾਉਂਡ ਨਹੀਂ ਨਾ ਹੈਗਾ ਕਿ ਅਸੀਂ ਉਹ ਬੰਦਾ ਹਾਇਰ ਕਰੀਏ। ਅਕੀਦਾ ਇਮਾਮਤ ਮੈਂ ਜਿਹੜਾ ਖਾਸ ਹੈ ਯਾਰ।
ਅਕੀਦਾ ਇਮਾਮਤ ਪਤਾ ਕਿੱਥੋਂ ਨਿਕਲਿਆ ਸੀ? ਇਹ ਯਹੂਦੀ ਸੀ ਨਾ ਜਿਨ੍ਹਾਂ ਦੀ ਉਹ ਅਕੀਦਾ ਰੱਖਦੇ ਕਿ ਹਜ਼ਰਤ ਯੂਸ਼ਾ ਅਲੈਹਿਸਲਾਮ ਜਿਹੜੇ ਸੀ ਨਾ ਉਹ ਵਸੀ ਮੂਸਾ, ਯਾਨੀ ਕਿ ਇੰਜ ਦਾ ਮੈਂ ਪੜ੍ਹਿਆ ਕਿ ਵਸੀ ਮੂਸਾ ਮੰਨਦੇ ਸੀ ਉਹਨਾਂ ਨੂੰ ਯਹੂਦੀ ਜਿਹੜੇ ਨੇ ਨਾ। ਤੇ ਅਬਦੁੱਲਾ ਬਿਨ ਸਬਾ ਉਹਨੇ ਵੀ ਤੁਹਾਨੂੰ ਪਤਾ ਕਿ ਉਹਨੇ ਇਹੀ ਅਕੀਦਾ ਦਿੱਤਾ ਹੈ ਮੌਲਾ ਅਲੀ ਰਜ਼ੀ ਅੱਲਾਹ ਤਾਲਾ ਨੂੰ ਮੁਬਾਰਕ। ਤੇ ਫਿਰ ਵਸੀ ਮੂਸਾ ਜਿਹੜਾ ਮੰਨਦੇ ਸੀ ਨਾ, ਇਹ ਸੇਮ ਟੂ ਸੇਮ ਯਹੂਦੀਆਂ ਦਾ ਅਕੀਦਾ ਹੈ। ਕਾਦੀਆਨੀਆਂ ਇਹਨਾਂ ਨੇ ਵੀ ਯਹੂਦੀਅਤ ਤੋਂ ਲਿਆ ਅਕੀਦਾ। ਬਿਲਕੁਲ, ਮੈਂ ਉਹ ਹਜ਼ਰਤ ਯੂਸ਼ਾ ਬਿਨ ਨੂਨ ਅਲੈਹਿਸਲਾਮ ਦੇ ਮਜ਼ਾਰ ਤੇ ਹਾਜ਼ਰ ਹੋਇਆ। ਉਹਨਾਂ ਗੁਜਰਾਤ ਤੋਂ ਅੰਦਰ ਜਾ ਕੇ ਬੜੇ ਅੱਲਾ ਸ਼ਰੀਫ ਉੱਥੇ ਕਰਕੇ ਮਜ਼ਾਰ ਹੀਗਾ ਉਹਨਾਂ ਦਾ ਹਾਜ਼ਰ ਹੋਇਆ ਮੈਂ ਉੱਥੇ। ਯਾਰ ਇੱਕ ਸ਼ੀਆ ਭਾਈ ਦਾ ਤਰਾਜ਼ ਪੇਸ਼ ਕਰਾਂ। ਜੀ ਜੀ ਜਨਾਬ, ਜੀ ਜਨਾਬ, ਬਿਸਮਿਲ੍ਲਾ। ਅੱਛਾ ਬਿਸਮਿਲ੍ਲਾ। ਅਬੂ ਹਸਨ ਭਾਈ ਕੱਲ ਤੁਸੀਂ ਉੱਥੇ ਹੀ ਹੋ ਨਾ ਨਾਵਲ ਦੂਜੇ ਨੂੰ ਕਹਿ ਰਿਹਾ ਸੀ ਕੁਛ? ਨਹੀਂ ਮੈਂ ਨਹੀਂ ਜਾਂਦਾ ਨਾ ਰਾਫਜ਼ੀ ਦੀ ਪਰਾਠ ਤੇ ਮੈਂ ਨਹੀਂ ਜਾਂਦਾ। ਅੱਛਾ, ਉਹਨੇ ਇੱਕ ਗੱਲ ਕੀਤੀ ਸੀ, ਉਹਨੇ ਕਿਹਾ ਕਿ ਉਹ ਜਿਹੜੇ ਹਨ ਅਬਦੁੱਲਾ ਇਬਨ ਸਬਾ, ਕਹਿ ਦੋ ਕੀ ਨਾਂ ਸੀ ਮੁਨਾਫਿਕ ਦਾ ਸਾਹਬੀ ਦਾ, ਜਿਹਨੂੰ ਨਬੀ ਨੇ ਕਿਹਾ ਸੀ ਕਿ ਬਾਜੂ ਕੇ ਕਹਿ ਲੋ ਕहेंगे वो सल्लल्लाहु अलैहि वसल्लम अपने ਐਸਾ ਤੂੰ ਖਬੀਸ ਇਨਸਾਨ ਹੀ ਹੈ, ਤੈਨੂੰ ਇਹੀ ਨਹੀਂ ਪਤਾ ਇੱਕ ਤੇ ਤੂੰ ਸਾਹਬਾ ਮੁਨਾਫਿਕ ਜਿਹੜੇ ਵੀ ਨੇ ਕਹਿ ਨਾ ਰਿਹਾ ਸਾਹਬੀ ਸਾਹਬੀ ਨੂੰ ਵੀ ਕਹਿ ਮੁਨਾਫਿਕ ਰਿਹਾ। ਨਹੀਂ ਕਹੀਦਾ। ਜਾਹਲ ਇਨਸਾਨ, ਤੈਨੂੰ ਇੰਨੀ ਅਕਲ ਨਹੀਂ ਹੈ। ਉੱਤੋਂ ਮਾਜ਼ਰਤ ਯਾਰ ਸਾਹਬੀ ਦੇ ਬਾਰੇ ਮੁਨਾਫਿਕ ਜਾਂ ਸਾਹਬੀ ਦੇ ਬਾਰੇ ਆਪਣਾ ਤਜਦੀਦ ਈਮਾਨ ਦੁਬਾਰਾ ਕਰੋ ਮੇਰਾ ਭਾਈ। ਯਾਰ ਉਹ ਇਹਨੂੰ ਕਲਮਾ ਪੜਾਓ ਆਸਫ ਭਾਈ ਤੁਸੀਂ। ਯਾਰ ਕਲਮਾ ਕੀ ਮੈਂ ਮੰਨਦਾ ਰਿਹਾ ਚਲੋ ਅਸਲ ਵਿੱਚ ਬਿਸਮਿਲ੍ਲਾ ਕਰੋ। ਜਿਹੜਾ ਪੜ੍ਹ ਲੈਣਾ ਚੰਗਾ ਹੁੰਦੀ ਗੱਲ ਹੈ, ਇਹਦੀ ਤਜਦੀਦ ਈਮਾਨ ਕਰ ਦੋ, ਪੜ੍ਹ ਲੈਣਾ ਚੰਗੀ ਗੱਲ ਹੁੰਦੀ ਹੈ। ਚਲੋ ਪੜਾਓ ਇਹਨੂੰ ਸ਼ਹਾਦਾ ਚਲੋ ਪੜਾਓ। ਪੁੱਤਰ ਪੜ੍ਹ ਲਓ। ਯਾਰ ਮੈਂ ਆਪੀ ਪੜ੍ਹ ਲੈਣਾ ਅਸ਼ਹਦੁ ਅੱਲਾ ਇਲਾਹਾ ਇল্লাল্লাਹ व अशहदु ਨਹੀਂ अन्ना ਅਸੀਂ ਪੜਾਉਣਾ ਹੈ, मुहम्मदन रसूलुल्लाह। ਅਸੀਂ ਪੜਾਉਣਾ ਹੈ ਤੈਨੂੰ। ਭਾਈ ਤੁਹਾਡੇ ਅਸੀਂ ਤੈਨੂੰ ਤੂੰ ਪੜ੍ਹਾਉਣਾ ਨਹੀਂ ਹੈ। ਪੜਨਾ ਜਿੰਨੀ ਦੇਰ ਤੂੰ ਖੁਦ ਨੂੰ ਮੁਸਲਮਾਨ ਨਹੀਂ ਕਹੋਗੇ। ਇਹ ਜੇਲਮ ਅਕੈਡਮੀ ਦਾ ਫੈਜ਼ ਵੇਖੋ, ਉਹਨੂੰ ਦੂਜਾ ਕਲਮਾ ਵੀ ਸਹੀ ਤਰ੍ਹਾਂ ਨਹੀਂ ਆਉਂਦਾ ਹੈਗਾ। ਕੀ ਪੜਿਆ ਇਹਨੇ ਜ਼ਰਾ ਦੁਬਾਰਾ ਪੜ੍ਹ ਦੇ। ਯਾਰ ਮੈਂ ਕਲਮਾ ਉਹ ਮੈਂ ਦੂਜਾ ਕਲਮਾ ਨਹੀਂ ਪੜਿਆ ਯਾਰ, ਮੈਂ ਸਿਰਫ ਗਵਾਹੀ ਦਿੱਤੀ ਹੈ ਕੀ ਗਵਾਹੀ ਦਿੱਤੀ ਹੈ ਕਿ ਯਾਰ ਉਹ ਅਸ਼ਹਦੁ ਅੱਲਾ ਤਜਦੀਦ ਈਮਾਨ ਤੇ ਹੁੰਦੀ ਹੈ ਤੋਬਾ ਕਰਨੀ। ਜਾਹਿਲਾ ਤਜਦੀਦ ਈਮਾਨ ਤੇ ਹੁੰਦੀ ਹੈ ਕਿ ਤੋਬਾ ਕਰਕੇ ਤੇ ਦੁਬਾਰਾ ਨਏ ਸਿਰੇ ਤੋਂ ਤੂੰ ਸ਼ਹਾਦਤ ਪੜ੍ਹਨੀ ਹੈ। ਇਹ ਕਿਹੜੀ ਗੱਲ ਹੋਈ ਬਈ ਤਜਦੀਦ ਈਮਾਨ? ਇੰਜ ਤੇ ਅੱਛਾ ਭਾਈ ਕਾਸਮ ਨੇ ਨੋਟ ਵੀ ਨਹੀਂ ਨਾ। ਉਹ ਮੇਰੀ ਗੱਲ ਸੁਣੋ, ਕਾਸਮ ਨੇ ਨੋਟ ਵੀ ਨੂੰ ਕਿਸੇ ਨੇ ਕਿਹਾ ਕਿ ਸਾਰੇ ਦਿਓਬੰਦੀ ਤੈਨੂੰ ਕਾਫਰ ਕਹਿ ਰਹੇ ਨੇ ਤੇ ਤੂੰ ਆਪਣਾ ਰਜੂ ਕਿਉਂ ਨਹੀਂ ਕਰਦਾ? ਤੇ ਕਹਿੰਦਾ ਅੱਛਾ ਤੇ ਉਹ ਮੈਨੂੰ ਕਾਫਰ ਕਹਿੰਦੇ ਨੇ, ਅੱਛਾ ਮੈਂ ਪੜ੍ਹਦਾ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁল্লাਹ। ਉਹ ਜੰਜ ਦੀ ਚਵਲ ਉਹਨੇ ਮਾਰੀ ਜਾਂਦੀ ਦੀ ਤੂੰ ਮਾਰੀ ਜਾ ਰਿਹਾ। ਇਹਦਾ ਸਹੀ ਤਰ੍ਹਾਂ ਤਜਦੀਦ ਈਮਾਨ ਕਰੋ ਆਸਮ ਤਜ਼ਾਨ ਭਾਈ। ਯਾਰ ਤੁਸੀਂ ਮੈਨੂੰ ਕਾਫਰ ਸਮਝਿਆ, ਪਹਿਲੀ ਗੱਲ ਦੱਸੋ ਨਾ। ਐ ਤੂੰ ਜੀ ਜੋ ਤੂੰ ਸਹਾਬੀ ਦੇ ਬਾਰੇ ਤੂੰ ਕਿਹਾ ਅਸੀਂ ਤੈਨੂੰ ਮੰਨਿਆ, ਪੱਕਾ ਮੰਨਿਆ। ਤੂੰ ਕਿਹਾ ਸਮਝੇ ਲੋ ਕਰ ਲੋ ਗੱਲ। यार असहाबतु कुल्लुहुम आदुल, रसूलुल्लाह के तमाम सहाबा जो हैं वो आदिल हैं, तमाम दे तमाम सहाबा सरकार दे आदिल हैं। यार उस हदीस चलफा ने अब्दुल्ला इब्न सबा वाली शायद ਉਹਦੇ ਵਿੱਚ ਨਹੀਂ ਤਜਦੀਦ ਈਮਾਨ ਕਰਵਾ, ਪਹਿਲੇ ਤੋਬਾ ਕਰਕੇ ਨਾ ਤਜਦੀਦ ਈਮਾਨ ਕਰ, ਤੋਬਾ ਕਰ। ਯਾਰ ਭਾਈ ਤੂੰ ਤੁਹਾਡੇ ਜੋ ਕਿਨੂੰ ਉਸ ਮੈਂ ਰਿਕਾਰਡਿੰਗ ਕਰਨ ਲੱਗਾ, ਅਗਰ ਮੈਂ ਗਲਤ ਮੈਂ ਰਿਕਾਰਡਿੰਗ ਕਰਨ ਲੱਗਾ, ਇਹਨੂੰ ਤੁਸੀਂ ਇਹਨੂੰ ਕਲਮਾ ਸ਼ਹਾਦਤ ਪੜਾਓ, ਮੈਂ ਰਿਕਾਰਡਿੰਗ ਕਰਨ ਲੱਗਾ। ਯਾਰ ਚਲੋ ਗੁਜਰ ਭੈਣ ਸੁਣ ਲਈਏ ਨਾ, ਗੁਜਰ ਭੈਣ ਬੋਲੋ ਯਾਰ। ਗੁਜਰ ਭੈਣ ਦੇਖੋ, ਅਸੀਂ ਤੁਹਾਡੇ ਨਾ ਭੱਲੇ ਐਸੇ ਗੱਲ ਕਰਦੇ ਆ, ਠੀਕ ਹੈ? ਆਸਫ ਭਾਈ ਸਾਡੇ ਹੈਗੇ ਨੇ ਵੱਡੇ, ਉਹ ਜਿਸ ਤਰ੍ਹਾਂ ਕਹਿਣਗੇ ਉਹਨਾਂ ਦੇ ਪਿੱਛੇ ਪੜ ਲਓ, ਤੁਹਾਡਾ ਘਾਟਾ ਨਹੀਂ ਹੋਏਗਾ, ਤੁਹਾਡਾ ਵਾਧਾ ਹੀ ਹੋਏਗਾ ਇਨਸ਼ਾਅੱਲਾ। ਭਾਈ ਮੇਰੀ ਗੱਲ ਸੁਣੋ, ਕੋਈ ਵੱਡਾ ਉਨੀ ਦੇਰ ਤੱਕ ਨਹੀਂ ਜਿੰਨੀ ਦੇਰ ਉਹਦੀ ਰਸੂਲੁल्लाह ਸੱਲੱਲਾਹੁ ਅੱਛਾ ਅਲੈਹਿ ਗੁਜਰ ਵਸੱਲਮ ਸਾਹਿਬ ਇੱਕ ਮਿੰਟ, ਅੱਛਾ ਆਸਫ ਭਾਈ ਇਹ ਹੋਰ ਕੋਈ ਸਾਲ ਤੱਕ ਨਾ ਇਹਨਾਂ ਨੇ ਤੁਹਾਨੂੰ ਕੋਈ ਆਪਣਾ ਵੱਡਾ ਪੀਰੋ ਮੁਰਸ਼ਿਦ ਬਣ ਦੇਣਾ, ਸਾਰੇ ਵਾਲੇ ਤੁਹਾਨੂੰ ਬਹੁਤੀ ਵੱਡਾ ਕਰ ਦੇਣਾ ਇਹਨਾਂ ਨੇ ਉਮਰ ਤੋਂ ਵੀ। ਭਾਈ ਮੇਰੀ ਗੱਲ ਸੁਣੋ, ਮੈਂ ਪਹਿਲੇ ਦਿਨ ਤੋਂ ਹੀ ਕਿਹਾ ਆਸਫ ਭਾਈ ਮੇਰਾ ਵੱਡਾ ਭਰਾ ਹੈ, ਮੇਰਾ ਉਸਤਾਦ ਹੈ, ਤੇ ਲਿਹਾਜ਼ਾ ਚੱਲ ਮੇਰਾ ਗੁਜਰ ਭੈਣ ਮਾਂ ਸਦਕੇ ਜਾਏ, ਇਸ ਤਰ੍ਹਾਂ ਅੱਛੀ ਗੱਲ ਨਹੀਂ ਹੁੰਦੀ। ਪਤਾ ਕੀ ਗੱਲ ਹੈਗੀ ਹੈ, ਅਸੀਂ ਚਾਹੁੰਦੇ ਹਾਂ ਕਿ ਤੂੰ ਬਚ ਜਾ, ਠੀਕ ਹੈ? ਅੱਛਾ ਭਾਈ ਇਹ ਨਾ ਹੋਵੇ ਕਿ ਇਹ ਰਾਤ ਨੂੰ ਤੁਹਾਨੂੰ 12ਵਾਂ ਮੰਨ ਲੈਣ ਤੇ ਬਾਅਦ ਚ ਗਾਲਾਂ ਤੁਹਾਨੂੰ ਪੈਂਦੀਆਂ ਹੋਣ। ਐਡਾ ਕੋ ਵੱਡਾ ਕਰ ਦਿੰਦਾ ਉਮਰ ਸੇ ਹੈ। ਅੱਛਾ ਮੈਨੂੰ ਇੱਕ ਬੜਾ ਨਹੀਂ ਗੱਲ ਹਾਸੇ ਚ ਨਾ ਪਾਓ ਯਾਰ। ਮੈਨੂੰ ਨਾ ਇੱਕ ਵੀਡੀਓ ਤੇ ਬੜੀਆਂ ਗਾਲਾਂ ਪਈਆਂ, ਮੈਂ ਕਿਹਾ ਜੀ ਵੇਖੋ ਹਜ਼ਰਤ ਅਬੂ ਬਕਰ ਉਮਰ ਦੇ ਕੀ ਨਾਮ ਹੈ ਗਜ਼ਵਾ ਉਹਦ ਤੋਂ ਨਸਣ ਦੀ ਗੱਲਾਂ ਉਹ ਕਰਦੇ ਪਏ ਨੇ ਜਿਨ੍ਹਾਂ ਦਾ ਆਪਣਾ ਇਮਾਮ 1200 ਸਾਲਾਂ ਤੋਂ ਨਸਿਆ ਪਿਆ ਹੈ।
ਉਹ ਪਤਾ ਨਹੀਂ ਮੈਨੂੰ ਕਿੱਥੋਂ चलो ਗਾਲ फैजान ਆਈ भाई, ਹੈ। फैजान भाई, ਆਸਮ ਭਾਈ ਕਰਾਓ आशा भाई आप ना शुरू करें, हम सब चुप करते हैं। तो इंशाल्लाह ताला ये बच्चा राह रास पे आएगा, क्योंकि मुझे मेरा दिल कह रहा है कि ये ना चाहता है कि मैं ना लाइन पे आ जाऊं, और इंशाल्लाह अच्छा ताला ये आएगा। भाई मेरी बात सुनो, शीशे के ब्लॉग जो भी आईडी पे लिखा हुआ है भाई यार, मैं ना बरेलविया छड्डी है तकरीबन 1.5 साल होया अपनी 11वीं क्लास च। ओके हो गया ते इत्थों बरेलविया छड्ड के ना फिर मैं आया खुद ਨੂੰ मुसलमान कहना शुरू ਕੀਤਾ ਤੇ ਯਾਰ ਤੁਸੀਂ ਹੁਣ ਮੈਨੂੰ ਫੇਰ ਫਿਰਕਾ ਪ੍ਰਸਤੀ ਵੱਲ ਸੁੱਟਣਾ ਨਹੀਂ मेरी गाल सुन गुजर, ਦੇਖੋ, गुजर मेरी ਇੱਕ ਮਿੰਟ ਦਾ ਠਹਿਰ ਜਿਓ ਸਲਮਾਨ ਭਾਈ। ਯਾਰ ਆਪਣਾ ਗੁਜਰ ਭਾਈ, ਇਹ ਜਿਹੜਾ ਬਰੇਲਵੀ ਨੇ ਤੇ ਤੁਹਾਡੇ ਵਾਲਦ ਸਾਹਿਬ ਵੀ ਯਾਨੀ ਬਰੇਲਵੀ ਦਾਦਾ ਬੋ ਵਗੈਰਾ ਸਾਰੇ ਬਰੇਲਵੀ ਨੇ ਕਦੇ ਵੀ? ਭਾਈ ਇਹ ਵੀ ਮੇਰਾ ਪੂਰਾ ਖਾਨਦਾਨ ਬਰੇਲਵੀ ਹੈ ਯਾਰ, ਪਿੰਡ ਹੀ ਪੂਰਾ ਪਿੰਡ ਹੀ ਬਰੇਲਵੀ ਹੈ। ਤੇ ਯਾਰ ਇੱਕ ਬੜਾ ਮੈਨੂੰ ਤਜੱਸੁਸ ਹੈ, ਮੈਂ ਬੜਾ ਯਾਨੀ ਕਿ ਨਾ ਮੈਂ ਯਾਨੀ ਕਦੀ ਕਦੀ ਸੋਚਣਾ ਵਾਂ ਤੇ ਬੜਾ ਹੈਰਾਨ ਹੋਣਾ ਵਾਂ ਕਿ ਯਾਰ ਇਹ ਬਰੇਲਵੀ ਜਿਹੜੇ ਨੇ ਇਹ ਕਿੱਡੇ ਵੱਡੇ ਕਾਫਰ ਨੇ ਯਾਰ। ਇਹ ਯਾਨੀ ਚਿਸ਼ਤੀ ਰਸੂਲullah ਇਹਨਾਂ ਦਾ ਬੁਨਿਆਦੀ ਅਕੀਦਾ ਹੈ ਤੇ ਸਾਰੇ ਜਿਹੜੇ ਨੇ ਇਹ ਪੜ੍ਹਦੇ ਨੇ ਚਿਸ਼ਤੀ ਰਸੂਲullah ਪੜ੍ਹਦੇ ਨੇ ਤੇ ਇਹ ਤੇ ਫਿਰ ਮੁਸਲਮਾਨ ਤੇ ਨਾ ਉਹਨਾਂ ਦੇ ਕਾਫਰ ਹੋਏ ਨੇ ਫਿਰਦੇ ਆ। ਇਸ ਹਵਾਲੇ ਨਾਲ ਨਾ ਮੈਂ ਆਪਣੇ ਚਾਚੂ ਨੂੰ ਕਿਹਾ, ਮੈਂ ਕਿਹਾ ਚਾਚੂ ਫਿਰ ਉਹਨੇ ਤੁਹਾਡੀ ਗੱਲ ਦੀ ਤਾਇਦ ਕਰ ਦਿੱਤੀ ਹੈ ਕਿ ਮੈਂ 1.5 ਸਾਲ ਪਹਿਲੇ ਬਰੇਲਵੀ ਤੋਂ ਮੈਂ ਹੋਇਆ ਵਾ, ਪਤਾ ਨਹੀਂ ਕੀ ਹੋਇਆ ਇਸ ਟਾਈਮ ਤੇ, ਕਹਿੰਦਾ ਮੈਂ ਮੁਸਲਮਾਨ ਆਪਣੇ ਆਪ ਨੂੰ ਕਹਿਣਾ ਸ਼ੁਰੂ ਕੀਤਾ ਹੈ ਹੁਣ, ਯਾਨੀ ਕਿ ਉਹ ਮੁਸਲਮਾਨ ਨਹੀਂ 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 ਸੀ। ਪਤਾ ਕੀ ਗੱਲ ਹੈ, ਦੇਖੋ ਸਿੱਧੀ ਜੀ ਗੱਲ ਹੈ ਕਿ ਜਿਹੜਾ ਬੰਦਾ ਚਿਸ਼ਤੀ ਰਸੂਲullah ਕਲਮਾ ਪੜ੍ਹਦਾ ਹੋਵੇ ਉਹ ਤੇ ਮੁਸਲਮਾਨ ਹੀ ਨਹੀਂ ਹੈਗਾ, ਤੇ ਉਹਦਾ ਨਿਕਾਹ ਵੀ ਉਹਦਾ ਜਿਹੜਾ ਸਮਝੋ ਗਿਆ ਫਾਸਦ ਹੋ ਗਿਆ, ਨਿਕਾਹ ਵੀ ਫਾਸਦ ਹੋ ਗਿਆ, ਅੱਗੋਂ ਫਿਰ ਉਹਦੀ ਜਿਹੜੀ ਔਲਾਦ ਹੈ ਉਹਦੀ ਔਲਾਦ ਵੀ ਨਜਾਇਜ਼ ਹੈ, ਹਰਾਮ ਹੈ। ਮੈਂ ਤੁਹਾਨੂੰ ਤੇ ਵਜ੍ਹਾ ਦੱਸਣਾ ਇਹ ਇੱਕ ਫਿਰ ਭਾਈ, ਨਹੀਂ ਜੀ ਜੀ ਗੱਲ ਤਾਂ ਸੁਣ ਲਓ ਮੇਰੀ। ਅੱਛਾ ਮੈਂ ਨਾ ਆਪਣੇ ਚਾਚੂ ਨੂੰ ਇਸ ਗੱਲ ਬਾਰੇ ਪੁੱਛਿਆ, ਮੈਂ ਕਿਹਾ ਚਾਚੂ ਅਗਰ ਬੰਦਾ ਕੋਈ ਕਹੇ ਚਿਸ਼ਤੀ ਰਸੂਲullah ਤੇ ਫਿਰ ਕੀ ਆਪਣਾ ਆਪਣੇ ਮਰੀਜ਼ ਦਾ ਟੈਸਟ ਲੈਣ ਲਈ ਕੀ ਆ ਗੱਲ ਠੀਕ ਆ? ਉਹਨਾਂ ਕਿਹਾ ਇਹੋ ਜਿਹੇ ਪੀਰ ਤੇ ਲਾਨਤ ਪਾਉਂਦੇ ਆ ਅਸੀਂ ਲੋਕ। ਅੱਛਾ ਫਿਰ ਨਾ ਮੇਰਾ ਇੱਕ ਮਦਰਸੇ ਦਾ ਦੋਸਤ ਹੈ ਹਸਨੈਨ ਮਕਸੂਦ ਉਹਦਾ ਨਾਮ ਹੈ, ਨਹੀਂ ਨਹੀਂ ਤੁਹਾਡੇ ਚਾਚੂ ਫਿਰ ਤਾਂ ਮਤਲਬ ਬਰੇਲਵੀ ਨਹੀਂ ਹੈਗੇ ਉਹ ਅਹਿਲ ਹਦੀਸ? ਨਹੀਂ ਯਾਰ ਸਾਰੇ ਬਰੇਲਵੀ ਨੇ। ਚਾਚੂ ਮੇਰਾ ਉਹਨਾਂ ਨਾਲ ਉਂਝ ਸ਼ਾਰਤਨ ਗੱਲ ਕੀਤੀ ਨਾ ਕਿ ਉਹਨਾਂ ਚਿਸ਼ਤੀ ਰਸੂਲullah ਕਲਮਾ ਪੜਾਇਆ। ਕਿਸ ਤਰ੍ਹਾਂ? ਨਹੀਂ ਉਹ ਮੈਂ ਤੇ ਉਹਦੇ ਵੱਲੋਂ ਪੁੱਛਣ ਹੀ ਨਹੀਂ ਡਿਆ ਕਿ ਮੈਂ ਕਲਮਾ ਪੜਾਇਆ ਨਹੀਂ ਪੜਾਇਆ, ਤੇ ਮੈਂ ਤੁਹਾਨੂੰ ਪੁੱਛਿਆ ਹੀ ਨਹੀਂ। ਮੈਂ ਤੁਹਾਨੂੰ ਇਹ ਕਹਿਣਾ ਪਿਆ ਵਾਂ ਕਿ ਜਦੋਂ ਬਰੇਲਵੀ ਪੜ੍ਹਦੇ ਨੇ ਚਿਸ਼ਤੀ ਰਸੂਲullah ਕਲਮਾ ਤੇ ਉਹ ਤੇ ਫਿਰ ਮੁਸਲਮਾਨ ਤੇ ਨਾ ਰਹੇ ਤੇ ਕਾਫਰ ਹੋ ਗਏ, ਤੇ ਉਹਨਾਂ ਦੀ ਔਲਾਦ ਜਿਹੜੀ ਸਾਰੀ ਨਜਾਇਜ਼ ਔਲਾਦ ਹੈ, ਹਰਾਮ ਦੀ ਔਲਾਦ ਹੈ ਸਾਰੀ। ਫਿਰ ਇਹੀ ਤੇ ਗੱਲ ਦੱਸਣ ਲੱਗਾ ਬੋ ਹਸਨ ਭਾਈ, ਪਹਿਲੇ ਗੱਲ ਤੇ ਮੇਰੀ ਪੂਰੀ ਸੁਣ ਲਓ। ਨਹੀਂ ਮੇਰੀ ਗੱਲ ਹੁਣ ਮੇਰੀ ਗੱਲ ਸੁਣ, ਉਹਨਾਂ ਬੰਦਿਆਂ ਤੇ ਲਾਗੂ ਗੱਲ ਹੁੰਦੀ ਹੈ ਜਿਨ੍ਹਾਂ ਨੂੰ ਪਤਾ ਹੈ। ਹੁਣ ਮੇਰੀ ਗੱਲ ਸੁਣੋ, ਦੇਖੋ ਇਹਨੇ ਖੁਦ ਇਕਰਾਰ ਕੀਤਾ ਹੈ ਕਿ ਮੈਂ ਹੁਣ ਆਪਣੇ ਆਪ ਨੂੰ ਮੁਸਲਮਾਨ ਕਹਿਲਾਣਾ ਸ਼ੁਰੂ ਕੀਤਾ। ਇਹਦਾ ਮਤਲਬ ਹੈ ਉਹ ਮੁਸਲਮਾਨ ਨਹੀਂ ਸੀ ਜਿਹੜੇ ਇਸ ਟਾਈਮ ਹਲੇ ਵੀ ਇਹਦੀ ਅੰਮੀ ਦਾਦੀ ਨਾਨੀ ਚਾਚੀ ਜਿਹੜੇ ਵੀ ਉਹ ਬਰੇਲਵੀ, ਉਹ ਮੁਸਲਮਾਨ ਨਹੀਂ। ਇੱਕ ਗੱਲ, ਦੂਸਰੀ ਗੱਲ ਕਿ ਇਹਨੇ ਕਿਹਾ ਜੀ ਕਿ ਉਹ ਨਹੀਂ ਪੜ੍ਹਦੇ ਤੇ ਜੇ ਉਹ ਪੜ੍ਹਦੇ ਨਹੀਂ ਉਹ ਮੁਸਲਮਾਨ ਹੈ ਤੇ ਤੈਨੂੰ ਉਸ ਚੀਜ਼ ਤੋਂ ਬਾਹਰ ਨਿਕਲਣਾ ਨਹੀਂ ਚਾਹੀਦਾ ਸੀ। ਲੱਖ ਦੀ ਲਾਨਤ ਬਈ ਕਿ ਜਦ ਉਹ ਪੜ੍ਹਦੇ ਨਹੀਂ ਥੇ, ਤੁਸੀਂ ਮੇਰੀ ਪੂਰੀ ਹੁਣ ਮੇਰੀ ਗੱਲ ਸੁਣਨਾ, ਤੈਨੂੰ ਨਿਕਲਣਾ ਨਹੀਂ ਸੀ ਚਾਹੀਦਾ। ਤੂੰ ਨਿਕਲਿਆ ਕਿਸੇ ਹੋਰ ਯਾਨੀ ਕਿ ਕੋਈ ਹੋਰ ਮਿਸ਼ਨ ਤੇ ਜਿਹੜਾ ਕੋਂਡਮ ਵਾਲਾ ਹੋਏਗਾ, ਕੋਈ ਹੋਰ ਸੈਕਸ ਵਾਲਾ ਜਿਹਦਾ ਕੋਈ ਹੋਏਗਾ, ਕਿਉਂਕਿ ਐਸਾ ਸਾਨੂੰ ਪਤਾ ਲੱਗ ਗਿਆ ਨਾ। ਅੱਛਾ ਗੁਜਰ ਸਾਹਿਬ ਦੇਖੋ ਮੇਰੀ ਗੱਲ ਸੁਣੋ ਕਿ ਅਸੀਂ ਤੁਹਾਡੇ ਉਸਤਾਦ ਸਾਹਿਬ ਨੇ ਨਾ ਜਿਹੜੇ ਮਿਰਜ਼ਾ ਇੰਜੀਨੀਅਰ ਸਾਹਿਬ, ਉਹਨਾਂ ਦੀ ਜ਼ੁਬਾਨੀ ਅਸੀਂ ਖੁਦ ਇਹ ਗੱਲ ਸੁਣੀ ਹੈ ਕਿ ਤੁਸੀਂ ਚਿਸ਼ਤੀ ਰਸੂਲullah ਕਲਮਾ ਪੜ੍ਹਨ ਵਾਲੇ ਹੋ, ਯਾਨੀ ਕਿ ਜਿੰਨੇ ਵੀ ਤੁਸੀਂ ਬਰੇਲਵੀ ਹੋ, ਠੀਕ ਹੈ ਜੀ। ਤੇ ਹੁਣ ਤੁਸੀਂ ਇਹ ਤੋਂ ਇਨਕਾਰੀ ਹੋ, ਤੁਸੀਂ ਕਹਿੰਦੇ ਹੋ ਨਹੀਂ ਮੈਂ ਨਹੀਂ ਪੜ੍ਹਦਾ ਰਿਹਾ, ਮੇਰੇ ਵਾਲਦ ਸਾਹਿਬ ਨਹੀਂ ਪੜ੍ਹਦੇ, ਮੇਰੇ ਚਾਚੂ ਨਹੀਂ ਪੜ੍ਹਦੇ, ਮੇਰੀ ਅੰਮੀ ਨਹੀਂ ਪੜ੍ਹਦੀ। ਯਾਰ ਕਿਉਂ ਬੋਲਦੇ ਹੋ ਤੁਸੀਂ ਬਾਈ? ਇਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਉਹਨਾਂ ਨਾਲ ਮੈਂ ਨਹੀਂ, ਤੁਹਾਨੂੰ ਖੁਦਾ ਦਾ ਖੌਫ ਨਹੀਂ ਹੈ? ਨਹੀਂ ਮੈਨੂੰ ਦੱਸੋ, ਤੁਹਾਨੂੰ ਅੱਲਾ ਕੋਈ ਡਰ ਨਹੀਂ ਲੱਗਦਾ ਝੂਠ ਬੋਲਣ ਲਈ? ਯਾਰ ਅੱਲਾ ਦੀ ਕਸਮ ਮੈਂ ਝੂਠ ਨਹੀਂ ਬੋਲਦਾ, ਬਸ ਮੇਰੀ ਗੱਲ ਤੇ ਸੁਣ ਲਓ। ਮੈਂ ਪਿਆ ਜਿਹੜੀ ਗੱਲ ਕਰਨਾ ਪਿਆ ਵਾਂ ਕਿ ਦੇਖੋ ਉਹ ਐਡਾ ਵੱਡਾ ਤੁਹਾਡਾ ਉਸਤਾਦ, ਤੁਹਾਡਾ ਐਡਾ ਵੱਡਾ ਉਹ ਯਾਨੀ ਕਿ ਉਹ ਕਹਿੰਦਾ ਮੇਰੀ ਤੌਹੀਦ ਦੀ ਦਾਵਤ ਹਜ਼ਰਤ ਨੂਹ ਅਲੈਹਿਸ ਸਲਾਮ ਨੂੰ ਵੀ ਪਿੱਛੇ ਛੱਡ ਗਈ। ਹਜ਼ਰਤ ਨੂਹ ਅਲੈਹਿਸ ਸਲਾਮ ਦੀ ਕਹਿੰਦਾ ਦਾਵਤ ਜਿਹੜੀ ਸੀ ਨਾ ਤੌਹੀਦ ਦੀ, ਉਹ ਨਾਕਸ ਸੀ। ਕਹਿੰਦਾ ਉਹ ਦਾਵਤ ਦਿੰਦੇ ਹਨ ਨਾ ਤੌਹੀਦ ਦੀ ਤੇ ਲੋਕੀ ਉਹਨਾਂ ਕੋਲ ਦੂਰ ਨੱਸਦੇ ਸਨ, ਲੇਕਿਨ ਮੇਰੀ ਦਾਵਤ ਦੇਖੋ ਲੋਕੀ ਮੇਰੇ ਨਾਲ ਜੁੜ ਗਏ ਨੇ। ਸੁਣੋ ਮੇਰੀ ਗੱਲ ਸੁਣੋ, ਐਡਾ ਵੱਡਾ ਤੁਹਾਡਾ ਉਸਤਾਦ, ਐਡਾ ਵੱਡੇ ਉਹਦੇ ਦਾਅਵੇ, ਤੇ ਉਹ ਬੰਦਾ ਪਿਆ ਕਹਿੰਦਾ ਹੈ ਕਿ ਤੁਸੀਂ ਚਿਸ਼ਤੀ ਰਸੂਲullah ਕਲਮਾ ਪੜ੍ਹਦੇ ਹੋ, ਤੁਸੀਂ ਕਹਿੰਦੇ ਹੋ ਨਹੀਂ ਮੈਂ ਨਹੀਂ ਪੜ੍ਹਦਾ ਰਿਹਾ, ਤੇ ਮੈਂ ਤਾਂ ਤੁਹਾਨੂੰ ਝੂਠਾ ਆਖਾਂਗਾ, ਤੁਹਾਡੇ ਉਸਤਾਦ ਨੂੰ ਤਾਂ ਨਹੀਂ ਮੈਂ ਝੂਠਾ ਕਹਿਣਾ।
ਭਾਈ ਇਹੀ ਮੈਂ ਤੁਹਾਨੂੰ ਮੈਂ ਉਸ ਤੇ ਬੰਦੇ ਦਾ ਤੁਹਾਨੂੰ ਨਾਮ ਵੀ ਦੱਸਿਆ। ਮੈਂ ਤੇ ਮੇਰੀ ਤੁਹਾਨੂੰ ਗੱਲ ਝੂਠਾ ਸੁਣੋ ਕਹਿਣਾ ਨਾ ਭਾਵੇਂ ਨੇ, ਮੈਂ ਤੇ ਤੁਹਾਨੂੰ ਹੀ ਝੂਠਾ ਕਹਿਣਾ, ਮੈਂ ਤੁਹਾਡੇ ਚਾਚੂ ਨੂੰ ਝੂਠਾ ਕਹਿਣਾ। ਭਾਈ ਮਕਸੂਦ ਨਾਂ ਦੀ ਆਈਡੀ ਤੇ ਸਰਚ ਕਰੋਗੇ ਨਾ, ਮਕਸੂਦ ਕੁੱਕੂ ਨਾਂ ਦਾ ਬੰਦਾ ਹੈ ਤੇ ਉਹਦਾ ਮੁੰਡਾ ਸਨੈਨ ਆਹੋ ਮਕਸੂਦ। ਆਹੋ ਤੇ ਆਹੋ ਉਹ ਨਾ ਆਹੋ ਉਹਨੂੰ ਮੈਂ ਇਹ ਗੱਲ ਪੁੱਛੀ, ਚਿਸ਼ਤੀ ਰਸੂਲullah ਮਦਰਸਾ ਜਾਂਦਾ, ਆਹੋ ਜ਼ਬਰਦਾਰ ਮਦਰਸਾ ਆਹੋ ਹੈ ਅਹਿਲੇ ਸੁਨਨਤ ਵਲ ਆਹੋ ਜਮਾਤ ਦਾ। ਜੀ ਜੀ ਇਹ ਜੀ ਪੁਰਾਣੇ ਜੀ ਜੀ ਚਵਿੰਡੇ, ਜੀ ਨਵੇਂ ਚਵਿੰਡੇ ਰੋਡ ਤੇ, ਜੀ ਉਹ ਚਵਿੰਡੇ ਤੇ ਹੁਸ਼ਿਆਰਪੁਰ ਜੀ ਰੋਡ ਜਿਹੜਾ ਬਣਿਆ। ਜੀ ਤੇ ਜੀ ਜੀ ਉਹਦੇ ਜੀ ਚ ਉਹਨੂੰ ਮੈਂ ਇਹ ਗੱਲ ਪੁੱਛੀ ਤਾਂ ਸੁਭਾਨ ਅੱਲਾਹ ਕਹੀ ਜਾਂਦਾ ਤਾ, ਯਕੀਨ ਕਰੋ। ਤੇ ਕੀ ਕਹਿੰਦਾ ਮੈਂ ਸੀ? ਜਦੋਂ ਆਪਣੇ ਵਾਲਿਦ ਸਾਹਿਬ, ਯਾਰ ਇਹ ਤੇ ਇਹ ਚਿਸ਼ਤੀ ਦੇਖੋ ਨਾ, ਰਸੂਲullah ਉਦੋਂ ਸੱਚੀ ਗੱਲ, ਇਹ ਤੋਂ ਸੱਚੀ ਗੱਲ ਕੀਤੀ ਏ ਕਿ ਤੁਸੀਂ ਸਾਰੇ ਚਿਸ਼ਤੀ ਰਸੂਲullah ਕਲਮਾ ਪੜ੍ਹਦੇ ਰਹੇ ਹੋ। ਹੁਣ ਤੋਂ ਸੱਚੀ ਗੱਲ ਨਹੀਂ ਕੀਤੀ ਏ। ਯਾਰ, ਪਹਿਲੇ ਤੁਸੀਂ ਯਾਰ ਝੂਠ ਉਹਨਾਂ ਨੂੰ ਕਿਉਂ ਤੇ ਬੋਲਿਆ? ਪਹਿਲੇ ਕਿਉਂ ਝੂਠ ਬੋਲਿਆ? ਯਾਰ ਉਹ ਖੁਦ ਨੂੰ ਬਰੇਲਵੀ ਪਹਿਲੇ ਬਣਾ ਕਿਉਂ ਤੁਸੀਂ ਕਿਉਂ ਖਵਾਉਂਦੇ ਨੇ? ਕਿਉਂਕਿ ਉਹਨਾਂ ਨੂੰ ਉਹਨਾਂ ਦੇ ਨਹੀਂ ਬਾਪ ਨਹੀਂ ਦਾਦਾ ਨੇ, ਤੁਸੀਂ ਬਾਪ ਦਾਦਾ ਨੂੰ ਉਹਨਾਂ ਅੱਲਾ ਬਰੇਲਵੀ ਦੇ ਪਾਇਆ। ਬੰਦਿਓ, ਤੁਸੀਂ ਪਹਿਲੇ ਕਿਉਂ ਝੂਠ ਬੋਲਿਆ ਕਿ ਨਹੀਂ ਮੈਂ ਨਹੀਂ ਪੜਦਾ ਰਿਹਾ, ਮੇਰੇ ਚਾਚੂ ਵੀ ਨਹੀਂ ਪੜਦੇ ਰਹੇ, ਮੇਰੇ ਅੱਬੂ ਵੀ ਨਹੀਂ ਪੜਦੇ ਰਹੇ? ਪਹਿਲੇ ਯਾਰ ਕਿਉਂ ਸਾਡਾ ਝੂਠ ਪੂਰਾ ਬੋਲਿਆ? ਪਿੰਡ ਹੀ ਨਹੀਂ ਪੜਦਾ, ਸਾਡੇ ਇਲਮ ਹੀ ਨਹੀਂ ਤੇ ਉਹ ਖੁਦ ਨੂੰ ਬਰੇਲਵੀ ਭਾਵੇਂ ਨੇ ਕਹਿੰਦੇ ਤੁਸੀਂ ਨੇ ਝੂਠ ਇਲਮ ਨਹੀਂ। ਬੋਲਦੇ ਪਏ ਹੋ। ਦੇਖੋ ਅੱਲਾ ਕੋ ਡਰ ਜਾਓ, ਅੱਲਾ ਕੋ ਡਰ ਜਾਓ। ਤੁਹਾਡੇ ਉਸਤਾਦ ਮੋਹਤਰਮ ਕਹਿੰਦੇ ਨੇ ਕਿ ਇਹ ਬੁਨਿਆਦੀ ਅਕੀਦਾ ਹੈ ਇਹਨਾਂ ਦਾ, ਬਰੇਲਵੀਆਂ ਦਾ ਬੁਨਿਆਦੀ ਅਕੀਦਾ ਹੈ। ਯਾਰ ਅਬੂ ਹਸਨ ਭਾਈ ਦੀ ਗੱਲ ਹੀ ਨਹੀਂ ਸਮਝਿਆ ਦੇਖੋ, ਮੈਂ ਚੜ ਤੁਹਾਨੂੰ। ਜਾਂਦੇ ਹੋਣੇ ਜਦੋਂ ਪੜਦੇ ਹੋਣੇ। जी ਸਹੀ ਹੈ। ਇਹਦੀ ਅੰਮੀ ਨੂੰ ਕਿ ਹਾਲ थोड़ी ਚੜ सी ਜਾਂਦੇ बात ਹੋਣੇ करने की ਜਦੋਂ इजाजत दें। नहीं, मेरी बात सुने तो कीर भाई, एक मिनट ठहर जाए। देखें, मुझे आप सब लोग ये बताएं कि यार एक बंदा इतनी, एक आला पोस्ट के ऊपर एक बंदा बैठा हुआ है, उसका दावा ये है कि हज़रत नूह अलैहिस्सलाम की जो तौहीद थी ना वो नाकस थी, मेरी तौहीद कामिल है। वो बंदा कह रहा है कि भाई बरेलवियों का ये बुनियादी अकीदा है, यानी कि कोई बरेलवी भी तब तक बरेलवी नहीं हो सकता जब तक वो चिश्ती रसूलुल्लाह कलमा ना पढ़े, बकौल इनके उस्ताद के। ठीक है जी। अब ये बंदा कह रहा है नहीं मैं नहीं पढ़ता रहा, ना मेरा चाचू पढ़ते रहे, ना मेरी मामा पढ़ती रही हैं, फिर इसका मतलब ये बरेलवियों को बदनाम करने के लिए कह रहा है मैं बरेलवी हूँ, मैं या बरेलवी था मैं। अच्छा बरेलवियों भाई को ये बदनाम जो फिर ये कर रहा है, झूठ बोल लाइव रहा है हुई ना है ये। ना, ਅਬੂ ਹਸਨ ਭਾਈ ਇੱਕ ਜੀ ਗੱਲ ਸੁਣੋ, ਇਹ ਟਿਕਟਕ ਲਾਈਵ ਹੋਈ ਜੀ ਹੈ ਨਾ, ਇਹ ਮੇਰਾ ਸੈੱਟ ਸੋਦੀਆ ਤੋਂ ਆਇਆ, ਜਿਹਦੇ ਵਿੱਚ ਇੱਕ ਸੀਨ ਮੈਂ ਸੋਦੀਆ जी ਸ਼ਾਇਦ ਉਸ ਵਜ੍ਹਾ ਤੋਂ ਜੀ ਕੁਝ ਜੀ ਜੀ 4-5 ਦਿਨ ਹੀ ਹੋਏ ਨੇ। ਅੱਛਾ ਯਾਰ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਮੈਂ ਸਾਰੀਆਂ ਬਰੋਡਾਂ ਤੇ ਜਾਣਾ, ਲਿਤਸ਼ੀਆਂ ਦੀਆਂ, ਐਨਾਨਾਸ ਦੀਆਂ, ਰਾਵਜ਼ੀਆਂ ਦੀਆਂ, ਹਰ ਬੰਦੇ ਨੂੰ ਸੁਣਨਾ। ਕੋਈ ਐਸਾ ਸ਼ਾਇਦ ਬੰਦਾ ਹੋਏ ਜਿਹਨੂੰ ਮੈਂ ਨਾ ਸੁਣ। ਕਾਦੀਆਨੀ ਦੀ ਬਰਾੜ ਤੇ ਵੀ ਜਾਇਆ ਕਰੋ, ਉਹਨਾਂ ਨੂੰ ਵੀ ਸੁਣਿਆ ਕਰੋ, ਉੱਥੇ ਵੀ ਜਾਇਆ ਕਰੋ, ਕਿਉਂਕਿ ਉਹਨਾਂ ਦੇ ਚਿਹਰੇ ਚਮਕਦੇ ਹੋਣੇ ਨੇ ਕਿਆਮਤ ਦੇ ਦਿਨ। ਅੱਛਾ ਮੈਨੂੰ ਗੱਲ ਦੱਸੋ, ਮੈਨੂੰ ਗੱਲ ਦੱਸੋ, ਮੇਰੀ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਮੇਰੀ? ਜੀ ਆ ਰਹੀ ਹੈ। ਗੁਜਰ ਸਾਹਿਬ ਦੇਖੋ ਮੇਰੀ ਗੱਲ ਸੁਣੋ, ਇੱਥੇ ਤੁਸੀਂ ਜਾਂ ਤੇ ਸਾਨੂੰ ਦੱਸੋ ਕਿ ਤੁਸੀਂ ਝੂਠ ਬੋਲਦੇ ਪਏ ਹੋ, ਇਕਰਾਰ ਕਰੋ। ਭਾਈ ਆਪਣੀ ਜ਼ੁਬਾਨ ਕੁਐਸਚਨ ਤੋਂ ਦੁਬਾਰਾ ਕਿ ਮੈਂ ਕਰੋ ਝੂਠ ਯਾਰ, ਬੋਲਣਾ ਮੈਂ। ਨੈਟਵਰਕ ਐਰਰ ਆ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਦੇਖੋ ਤੁਹਾਡਾ ਉਸਤਾਦ ਜਿਹੜਾ ਵੇ ਉਹ ਐਡੀ ਵੱਡੀ ਸ਼ਖਸੀਅਤ ਹੋ ਕੇ ਝੂਠ ਤੇ ਨਹੀਂ ਬੋਲ ਸਕਦਾ। ਐਡੀ ਵੱਡੀ ਕੁਰਸੀ ਤੇ ਬੈਠਾ ਦਵੇ, ਅੰਬੀਆ ਦੀ ਕੁਰਸੀ ਤੇ ਬੈਠਾ ਦਵੇ, ਉਹ ਕਹਿੰਦਾ ਹਜ਼ਰਤ ਨੂਹ ਅਲੈਹਿਸਸਲਾਮ ਅਗਰ ਆ ਜਾਂਦਾ ਮੈਨੂੰ ਵੇਖ ਲੈਣ, ਤੇ ਹਜ਼ਰਤ ਨੂਹ ਅਲੈਹਿਸਸਲਾਮ ਹੀ ਦੰਦਾਂ ਥੱਲੇ ਉਂਗਲੀਆਂ ਲੈ ਲੈਣ। ਤੇ ਯਾਰ ਮੈਂ ਉਹਦੀ ਇਸ ਗੱਲ ਨਾਲ ਐਗਰੀ ਨਹੀਂ ਕਰਦਾ। ਮੇਰੀ ਗੱਲ ਸੁਣੋ, ਤੁਸੀਂ ਨਹੀਂ ਐਗਰੀ ਕਰਦੇ ਤੇ ਭੈਣ ਤੁਹਾਨੂੰ ਕੌਣ ਜਾਣਦਾ? ਉਹਨੂੰ ਤਾਂ 30 ਲੱਖ ਬੰਦਾ ਜਾਣਦਾ, ਤੁਹਾਨੂੰ ਕੌਣ ਜਾਣਦਾ? ਯਾਰ ਗੱਲ ਮੇਰੇ ਹੀ ਮੰਨਦੀ ਹੈ ਨਾ। ਨਹੀਂ 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 ਨਹੀਂ, ਉਹ ਕਹਿੰਦਾ ਹੁਣ ਜਿਹਨੇ ਇਮਾਨ ਦਾ ਸਰਟੀਫਿਕੇਟ ਲੈਣਾ ਨਾ ਮੇਰੇ ਕੋਲ ਲੈਣਾ ਹੈ। ਯਾਰ ਐਡੀ ਵੱਡੀ ਗੱਲ ਤੁਸੀਂ ਜਿਹੜਾ ਵੇ ਤੁਸੀਂ ਭੈਣ ਕੀ ਗੱਲ ਕਰਦੇ ਪਿਓ? ਅੱਲਾ ਦੇ ਉਹ ਬੰਦਿਓ, ਜੇ ਉਹ ਕਹਿੰਦਾ ਜਿਹੜੇ ਬੰਦੇ ਨੇ ਖਤਮੇ ਨਬੂਵਤ ਦਾ ਸਰਟੀਫਿਕੇਟ ਲੈਣਾ ਹੈ ਨਾ, ਉਹ ਬੰਦੇ ਨੇ ਕਹਿੰਦਾ ਮੇਰੇ ਕੋਲ ਲੈਣਾ ਹੈ, ਤਾਂ ਕੈਸਰ ਅਹਿਮਦ ਰਾਜਾ ਸਾਹਿਬ ਨੂੰ ਜਵਾਬ ਦਿੰਦੇ ਉਹਨੇ ਵੀਡੀਓ 'ਚ ਨਹੀਂ ਕਿਹਾ? ਤੁਸੀਂ ਨਹੀਂ ਸੁਣੀ ਵੀਡੀਓ ਉਹਦੀ? ਕੀ ਕਿਹਾ ਫਿਰ ਦੱਸੋ। ਇੱਕ ਉਹਨੇ ਕਿਹਾ ਜਿਸ ਬੰਦੇ ਨੇ ਖਤਮੇ ਨਬੂਵਤ ਦਾ ਸਰਟੀਫਿਕੇਟ ਲੈਣਾ ਹੈ ਨਾ, ਕਿ ਮੈਂ ਖਤਮੇ ਨਬੂਵਤ ਦਾ ਮੁਜਾਹਿਦ ਹਾਂ, ਮੈਂ ਖਤਮੇ ਨਬੂਵਤ ਨੂੰ ਮੰਨਣਾ ਵਾਂ, ਤੇ ਕਹਿੰਦਾ ਉਹਦਾ ਸਰਟੀਫਿਕੇਟ ਉਹਨੇ ਮੇਰੇ ਕੋਲ ਲੈਣਾ ਹੈ, ਮੇਰੇ ਕੋਲ। ਛੜਾ ਇਸਲਾਮ ਦਾ ਸਰਟੀਫਿਕੇਟ ਵੀ ਯਾਰ ਉਹ ਆਹੋ, ਇਸ ਛੜੇ ਵਜ੍ਹਾ ਇਸਲਾਮ ਦਾ। ਕਿਉਂਕਿ ਉਹ ਹਰ ਕਿਸੇ ਦੀਆਂ ਕਿਤਾਬਾਂ 'ਚ ਨਾ ਥਾਨਵੀ ਰਸੂਲullah, ਚਿਸ਼ਤੀ ਰਸੂਲullah ਆਉਂਦਾ ਹੈ। ਇਸ ਜੀ ਵਜ੍ਹਾ ਤੋਂ ਬੋਲੋ। ਕਹਿੰਦਾ ਹੈ। आसिफ भाई मेरा एक सवाल है आपसे या उस्मान भाई से, दोनों में से कौन जवाब देना चाहेगा? मैं बकरी को करने वाला सवाल नहीं मैं चलो मेरी बकरी हो। मैं उस्मान भाई फैजान देंगे भाई, जवाब, आप कोई नहीं। तो बताओ ना। कीर भाई आप सवाल करें, उस्मान भाई सुन रहे होंगे, आसिफ भाई सुन रहे होंगे मेरा सवाल। जी मेरा सवाल है इसी टॉपिक से रिलेटेड। ठीक है, अगर कोई साहिब मज़ार हो, ठीक है,
नेक हस्ती हो, उसका मज़ार हो, वहाँ पर कोई जाके सजदा करे, कोई जाके धमाल डाले, कोई यानी कि ढोल बजाए वहाँ पर जाकर, कोई जाके वहाँ पर कंजरियाँ नचाए, तो आया वो उन लोगों पर इल्ज़ाम जाएगा जो लोग ये कर रहे हैं, या जो लोग इसको करवा रहे हैं उस पर इल्ज़ाम जाएगा, या उन साहिब रोज़ा जो हैं, साहिब कब्र जो हैं, साहिब मज़ार जो हैं, उन पर इल्ज़ाम जाएगा। सो जवाब हाँ या ना में दीजिएगा, यानी कि हाँ या ना में नहीं, मतलब कि किस पे जाएगा इल्ज़ाम, बताइएगा। अच्छा तोकीर भाई, सबसे पहले चीज़ एक ये है, उस्मान भाई आप दें जवाब। नहीं नहीं नहीं, आप करें बात, मैं सुन रहा हूँ, मैं एंड पे कर लेता हूँ। चलें ठीक। अच्छा तोकीर भाई, सबसे पहले एक बात ये देखने की ज़रूरत है हमें कि अकीदा बनता कहाँ से है। जब भी आपने किसी कौम के या किसी मज़हब के या किसी मकतब फ़िक्र के नज़रियात जानने हों, तो आपको सबसे पहले उनकी कुतुब का मुताला करना पड़ता है। जाहिल आवाम जो है वो कभी भी किसी के लिए हुज्जत नहीं होती है। जो लोग जाहिल आवाम से हुज्जत निकालने की कोशिश करते हैं या नतीजा निकालने की कोशिश करते हैं, वो लोग खुद जाहिल होते हैं। और जहाँ तक रह गया मज़ार के ऊपर जाकर सजदा करने का ताल्लुक, तो बिला शक व शुबा ऐसा करना हराम है। और फाज़िल बरेलवी रहमतुल्लाह ताला ने पूरा एक रिसाला इसकी हुर्मत के ऊपर लिखा हुआ है, क्योंकि वहाँ पर, लेकिन उसे हम शिरक फिर भी अच्छा नहीं कह सकते दोस्तों, क्योंकि मादर चाहना वा मैं फिर थोड़ी देर तक ना फिर मैं लाइव आना वा मैं, है दोस्तों। जी जी ठीक आसिफ हो भाई, गया आसिफ खैर ना जाओ। ओके जी ओके, जी आसिफ भाई, ओके ओके। अस्सलाम वालेकुम। अच्छा वालेकुम सलाम। वालेकुम अस्सलाम। जी आपने फैज़ान भाई एंड पे ये भी बताना है कि इल्ज़ाम किस पर आएगा। जी जी, वो मैं अर्ज़ करता हूँ। जहाँ तक रह गया कि वहाँ पर जाइए कहना कि जो वहाँ पर जाते हैं या सजदा करते हैं वो शिरक करते हैं, तो ऐसा नहीं है। अगर चाहे वो फ़ेल हराम है, क्योंकि शिरक तब होगा जब वो परवरदिगार समझ कर या मुस्तहिक इबादत समझ कर सजदा करेगा, तब। हालांकि ऐसा कोई भी नहीं करता। जो भी करता है वहाँ पर जाकर, अगर कोई करता भी है, अगर कोई करता भी है, तो वो ताज़ीमी सजदा करता है जो कि अक्सरियत तशय्युह की है, तो फिर भी वो हराम है। वो जो है वो शिर्क के ज़ुमरे में नहीं आएगा। फिर वहाँ पर जाकर ढोल वगैरह जो है वो बजाना या और खुराफात करना, डांस वगैरह करना, इसका साहिब मज़ार से कोई ताल्लुक नहीं है। दूर दूर तक साहिब मज़ार की तालीमात से कोई ताल्लुक नहीं है। और जो जाहिल अवाम ऐसा करती है उसका वबाल उन्हीं के सर पर है, और उसके मसलक से या उस साहिब कब्र से उन लोगों का कोई ताल्लुक नहीं है दूर दूर तक। ठीक हो गया, ये क्लियर हो गया। अब इससे वैसे जी जी अपना उस्मान भाई। तकरीर भाई, कुरान में भी है ना कि कोई किसी का बोझ नहीं उठाता है, कोई कोई उठाएगा नहीं किसी का भी बोझ। अब ना मिर्ज़ा इंजीनियर से हुआ सवाल, उससे सवाल हुआ कि तुम जो ख्वाजा मोइनुद्दीन चिश्ती रहमतुल्लाह अलैह की गुस्ताखी कर रहे हो और बार बार नाम लेते हो, तो क्यों नहीं उनके ऊपर कुफर का फतवा देते। तो इसने कहा कि देखो, मैं ये चीज़ मानता हूँ कि बहुत ही ज़्यादा पुराने बुज़ुर्ग हैं, हो सकता है उनकी तरफ ये बात मंसूब कर दी हो और ये लाकी हो, बिल्कुल मैं मानता हूँ कहता। लेकिन कहता है कि मैंने इसलिए पकड़ी हुई है ये बात है क्योंकि बरेलवियों का ये अकीदा है, बरेलवी मानते हैं इसको। तो यानी कि ख्वाजा मोइनुद्दीन चिश्ती रहमतुल्लाह अलैह उनकी ज़ात से हट गया। फिर कहता है मैं हम तो इबारत पे फतवा लगाते हैं। लेकिन आज तक आप देखेंगे कि वो ऐसा एक कज़ाब दजाल मलऊन है कि ये नाम ख्वाजा मोइनुद्दीन चिश्ती रहमतुल्लाह अलैह का लेता है, गुस्ताखी उनकी करता है और कहता है कि बरेलवी इसको मानते हैं, हालांकि उन्होंने नहीं पढ़ाया। तो ये दोगला पलीसी, यानी कि बात तो होनी चाहिए कि बोझ अगर उठाना है तो जो उसको मानता है वो उठाएगा, ना कि ख्वाजा मोइनुद्दीन चिश्ती रहमतुल्लाह अलैह की ये तलीम ना उन्होंने पढ़ाया, ख़ुद वो तस्लीम भी कर रहा है। इसी तरह जिसको शेख अब्दुल हक मुहद्दिस देहलवी रहमतुल्लाह अलैह ने वाज़िया तौर पर बताया कि उन्होंने तो कोई किताब लिखी ही नहीं। जब लिखी ही नहीं और ये बाद में कितने सदियों बाद जाके किसी ने वो उसको लिखा, और उसको लिखा भी 3 शख्सियात की तरफ, और आया सिर्फ एक किताब से, फ़ायदुस सालिकीन से आया। तो ये लोग जो है ना, ये लोग बड़े मलऊन हैं, जिनके बारे में हदीस में नबी सल्लल्लाहु अलैहि वसल्लम ने फरमाया था कि ये लोग अपने से जो पहले हैं ना, उन पर लानत करेंगे।
اپنے سے پہلے جو ہیں ان کے اوپر لعنت کریں گے وہ کہ جو مسلمان ہوں گے۔ تو اصل میں وبال انہی کی ان ملعونوں کے اوپر ہے، نہ کہ کسی کی ذات کے اوپر۔ ٹھیک ہو گیا۔ اب میرا دوسرا سوال، چلے اب بھٹ صاحب مجھ سے ایج میں چھوٹے بھی ہیں، علم میں بڑے ہیں، ایج میں چھوٹے ہیں، اس لیے ان کا میں نام یوز کروں گا۔ بھٹ صاحب اب آپ یعنی کہ کوئی آپ کی برادری سے کوئی بندہ ہے، ٹھیک ہے، اس نے کوئی کام کیا بڑے عرصے سال پہلے، ٹھیک ہے، وہ بات سنتی سناتی میرے کام میں آئی، مجھے نام کنفرم نہیں ہو رہا یار کیڑا بٹ سی، میں لکھ دیتا ہوں جی فضان بٹ نے فلاں کام کیا، کوئی یعنی کہ شریعت سے ہٹ کے، فضان بٹ نے فلاں کام کیا شریعت سے ہٹ کے، ٹھیک ہے، اور کچھ عرصے بعد وہ بات چلتی ایسی ہو جاتی ہے کہ کوئی کہہ دیتا ہے جی سلمان بٹ نے یہ کام کر دیا، اسی یعنی کہ نام سلمان ہو گیا، فضان ہو گیا، اسی طرح یہ ہو گیا، تو اب الزام جو ہے مرد الزام کون ٹھہرے گا؟ اب یہ عبارت جو ہے اس کی یعنی کہ ہمیں وہ بھی نہیں پتہ کہ یہ صحیح ہے، غلط ہے، الحاقی ہے یا کیا ہے، ٹھیک ہے، اور کس سے منسوب ہے، اور جس بڑی ہستی یعنی کہ آپ ماشاءاللہ علمی ہستی ہیں تو آپ کا بڑا نام ہے ماشاءاللہ، اگر آپ سے منسوب ہوگی تو آپ کے چاہنے والے جو ہیں وہ آپ کو یعنی کہ اس کا مورد الزام ٹھہرائیں گے یا اس بندے کو جس نے وہ ملفوظات لکھے ہیں، ملفوظات یعنی کہ کسی کی روداد لکھنا، ٹھیک ہے، یعنی کہ کسی بندے نے کسی کی زندگی کے حالات لکھے، روداد لکھی، اس میں موٹے موٹے واقعات ٹھن کر کے لیتے تو وہ کوئی الحاقی عبارت بھی آ گئی جڑی منسوب ہو گئی تاڑے نال، وہ بھی میں لکھ دیتی، تو ہوں الزام کدے تے آئے گا؟ میرے تے آئے گا یا جدا نام استعمال ہویا او دے تے آئے گا؟ اے موٹا جا جواب دے دینا ذرا دا تاکہ سمجھ بھی آ جائے مینوں بھی تے عوام نوں بھی۔ اچھا جناب والا، اس کا جواب یہ ہے کہ سب سے پہلے کیونکہ کلمہ کفر جو ہوتا ہے نا، یہ کوئی بچوں کا کھیل نہیں ہے کہ صرف سنا اور کلمہ کفر لگا دیا اگلے بندے کو کافر کہہ دیا، ایسا نہیں ہوتا۔ کسی بندے کو کافر کرانے کے لیے نا کچھ چیزیں درکار ہوتی ہے، کیا کہ سب سے پہلے جو کلام کی نسبت قائل کی طرف کی جا رہی ہے وہ اس نے کہا بھی ہو، پھر دوسرا جو کلام اس نے کہا ہے اس نے اس سے توبہ نہ کی ہو، تیسرا جو کلام اس نے کیا ہے وہ واقعی کفر بھی ہو، پھر جا کے اگلے بندے کو کافر کہا جاتا معذرت ہے۔ فیضان بھائی ایک چیز اس جی میں جی ایڈ کر لیں، کیا وہاں پر گواہ اگر موجود ہوں، اگر وہ گواہی دے دیں تو پھر؟ جی میں عرض کرتا ہوں۔ سب سے پہلے یہ چیز ہے، جس طرح آپ نے جو سوال کی نوعیت تھی نا، آپ کے سوال کی نوعیت، وہ چیز میں بتا رہا ہوں۔ اگر تو گواہ موجود ہیں اس وقت تو پھر تو وہ گواہی کے زمرے میں آ گیا نا، پھر تو وہ بندہ مکر ہی نہیں سکتا، یہ معاملہ پھر الگ چلا جائے گا۔ لیکن جو پہلا آپ کا سوال تھا نا، اس کی جو نوعیت تھا اس کے اندر یہ چیزیں جو ہے میں نے عرض کی ہیں وہ پائی جا رہی ہیں۔ اچھا، پھر آگے اس کے اندر معاملہ کیا ہے کہ اب مثال کے طور پر جس نے کسی بندے نے وہ ملفوظ اکٹھے کیے، اب اس شخص کو پتہ ہی نہیں ہے کہ یہ اس بندے کے ملفوظ ہیں بھی کہ نہیں، اور آپ یہ جو کتب ہے نا، جو 3 کتب ہے، فوائد السالکین ہو گئی، یا اس کے بعد اور کتب ہو گئی جو اکابرین چشت کی طرف منسوب کی جاتی ہیں، تو ان کے مائی باپ کا ہی نہیں پتا کہ وہ جو کتاب ہے نہیں میں وہ ان کتابوں کا معذرت میں ان کتابوں کو ٹچ بھی نہیں کرنا چاہتا، میں جنرل بات پوچھ رہا ہوں، ان کو ٹچ بھی نہ کریں۔ جی ٹھیک ہو گیا۔ اب دوبارہ پیچھے آتے ہیں، پھر دوبارہ کہ جو میں نے آپ کو 3 چیزیں بتائی ہیں کہ اگر یا تو وہ جو قائل نے کلام کیا ہے وہ کلام حقیقتاً کفر ہو، پھر قائل اس کفر کے اوپر اسے پتہ بھی ہو کہ میں نے یہ کفر کیا ہے، تیسرا پھر اس نے اس کفر سے رجوع نہ کیا ہو، تو اس صورت میں وہ بندہ کافر ہوتا ہے۔ اب کوئی شخص کسی کے شخص کے ساتھ یہ چیز منسوب کر دے،
اگرچہ وہ واقعہ عقیدت کے طور پر منسوب کر دے یا واقعہ کے اندر کوئی ایسی چیز داخل کر دے کہ جو بظاہر جو ہے اس چیز کی نفی کر رہی ہو کہ یہ بندہ اپنے ہوش و حواس میں نہیں ہے، تو اس صورت میں وہ جو گناہ کار ہوگا وہ بندہ ہوگا جس نے وہ چیزیں اکٹھی کی ہیں، نہ کہ وہ بندہ جس کی طرف بات منسوب کی گئی ہے۔ ہو گیا جواب آپ کا؟ ایک اور سوال اس سے ریلیٹڈ ہے۔ جی اب آپ کا اب کوئی بندہ مجھ سے پوچھتا کہ یار یہ حدیث کیا ہے؟ یہ حدیث کیا ہے کہ جناب جب کوئی حالت یعنی کہ مجذوبی حالت میں ہوتا ہے تو وہ جو بھی کلمہ کہہ دیتا ہے اس کو چھوٹ ہے، ٹھیک ہے؟ میں سمجھانے کے لیے اس کو ایک بات یعنی کہ کر دیتا ہوں کہ یار فلاں بندے نے نا ایسے کہ سٹوری یعنی کہ حکایت نہیں ہوتی، جیسے سٹوری ایک بنا لیتا ہوں کہ یار فلاں بندہ تھا، ایک پیر صاحب تھے، ان کے پاس ایک بندہ گیا تو وہ نا اس نے کہا کہ میں نا آپ سے بیعت ہونا چاہتا ہوں، تو وہ حالت ان پر طاری ہو گئی، ٹھیک ہے؟ حالت طاری ہو گئی، تو جب حالت طاری ہو گئی تو انہوں نے کہا کہ تو ایسے نہیں، میرا لا الہ الا اللہ محمد رسول اللہ نہیں پڑھنا، تم نے میرا نام لگا کے وہ پڑھنا آگے، ٹھیک ہے؟ میں وہ کلمہ نہیں پڑھنا چاہتا۔ تو اگر سمجھانے کے لیے میں کیا اور وہ بات بعد میں مشہور ہو گئی، کسی کو سمجھانے کے لیے کی تھی میں نے، وہ بات بعد میں مشہور ہو گئی، کسی نے کتاب میں رقم کر لی وہ بات، ٹھیک ہے؟ اسی کو کہتے ہیں الحاقی، یعنی کہ جدا اگا پیچھا کوئی نہ ہو، ایسے ہی ہے۔ تو سمجھانے کے لیے جو بات ہوئی اس کا حکم تو جس کا بھی ایکس وائی زیڈ کسی کا بھی نام لگے، اس پہ شبلی لگا لیں یا چشتی لگا لیں، کسی کا بھی نام لگا لیں، وہ انسان پر شب و ستم کرنے والا جس کا نام آیا ہے اس کے لیے کیا حکم ہوگا؟ کیونکہ ظاہری سی بات ہے یہ تو ایک الحاقی عبارت ہے نا۔ میں نے وہ پہلی عرض کیا ہے کہ جب الحاقی عبارت ہوتی ہے نا، اس کے اندر یہ جو مندرجہ میں نے آپ کو جو پہلے 3 شرائط بتائی ہیں نا، وہ 3 شرائط دیکھنی پڑتی ہیں، پھر جا کر کہیں کوئی معاملہ جو ہے وہ طے پایا جاتا ہے کہ اس کے اوپر کیا حکم لگے گا، آیا اس کی تعبیر، پھر جس کی طرف بات منسوب کی جا رہی ہے اس بندے کا کریکٹر دیکھا جائے گا کہ آیا اس شخصیت کا کریکٹر ہے کیا، وہ مسلمان تھا یا مسلمان نہیں تھا، وہ کوئی اکابر تھا یا اکابر نہیں تھا، کوئی عامی شخص تھا، پھر اس کا کریکٹر دیکھا جائے گا، پھر اس حساب سے اس چیز کی تعویل کی جاتی ہے۔ اگر تو ظنی عقیدہ ہے تو پھر اس کی تعویل کی جائے گی، کیونکہ قطعی عقائد میں تعویل نہیں ہوتی ہے، ظنی عقائد میں تعویل ہوتی ہے، تو ظنی چیز ہے پھر اس کی تعویل کی جاتی ہے، اور یہ جتنے بھی معاملات ہیں یہ سارے ظنیات سے تعلق رکھتے ہیں کہ ظن ہے، کنفرمیشن نہیں ہے ہمیں کہ انہوں نے یہ بات کی ہے کہ نہیں، تو ان کے اندر سب سے پہلے تعویل کی جائے گی، اگر تعویل نہیں بنتی تو پھر یہ بات کہی جائے گی کہ یہ بات ان کے ساتھ منسوب ہے، یہ بات اصل ہے ہی نہیں، یہ کسی جاہل نے ان کی طرف الحاق کر کے منسوب کر دیا، ان بزرگان کا دامن اس چیز سے پاک ہے۔ ٹھیک ہو گیا۔ ایک اچھا اور بات اس سے ریلیٹڈ ہے، ایک منٹ سلمان بھائی، آخری سوال ہے۔ ایک بخاری شریف میں ایک حدیث ہے کہ ایک انسان تھا، اس نے یعنی کہ اس پر حالت طاری ہوئی، بہت ایکسائٹڈ ہو کے اس نے اللہ پاک سے یہ کہہ دیا کہ میں تیرا رب ہوں اور تو میرا بندہ ہے، ٹھیک ہے؟ اور مفسرین خیر یہ لکھتے ہیں کہ اس کی معافی ہو گئی کیونکہ وہ ایک یعنی کہ حالت طاری تھی اس پر، ایسے ہی ہے۔ اب مجھے یہ مسلم کی بتائیے گا، روایت ہے یہ نا، جی مسلم شریف روایت کی، معذرت میں یعنی کہ زیادہ اس بارے میں روایات ذہن میں نہیں رہتی۔ تو اب اللہ تعالیٰ کی ذات، اللہ تعالیٰ کی ذات جو ہے وہ زیادہ بڑی ہے یا کوئی حضور علیہ الصلوۃ والسلام کے ساتھ اپنے آپ کو یعنی کہ ان کا
وہ ان کا اسٹیٹس چرانے کی کوشش کرے، معذ اللہ، حالانکہ ایسا نہیں ہے، میں الفاظ یہ استعمال کر رہا ہوں، وہ چرانے کی کوشش کرے، وہ زیادہ کہ وہ زیادہ ذات بڑی ہے، کیونکہ الوہیت کے ساتھ اپنے آپ، جی اللہ تعالیٰ کے ساتھ اپنے آپ کو، جی جی سوال آپ جہاں سمجھ گئے نا؟ تک جی جہاں تک تو شان الوہیت کا مسئلہ ہے تو بے شک رب تعالیٰ کی ذات تو سب سے بلند و بالا ہے، اس بارے میں کوئی شک نہیں ہے۔ اور آقا کریم علیہ السلام کی جب بات آ گئی کہ ان کا ٹائٹل چرانے کی کوشش کرنا، تو مسئلہ میں نے پہلے کوئی عرض کی کہ جو میں نے پہلے شرائط بیان کی ہیں نا، کفر کا جو حکم لگایا تبھی جائے گا کہ جب وہ شرائط مندرجہ ذیل شرائط پائی جائیں گی، جب شرائط نہیں پائی جاتی تو اس کے اوپر حکم نہیں لگایا جائے گا۔ اور آقا کریم علیہ السلام کی دسمبر کا بھی ہے کہ 3 شخص ایسے ہیں جن سے وہ قلم اٹھا لیے جاتا ہے، جو مرفوع قلم ہو جاتے ہیں، ایک سویا ہوا شخص، ایک ایسا شخص جو اپنی حالت کے اندر نہ ہو، اور ایک اور شرط ہے، عثمان بھائی یاد ہے وہ آپ کو؟ ایک بچے کے اوپر نا، ہاں ایک بچے پہ، نابالغ کے بچے پہ، ایک تو پاگل پہ اور ایک سوئے ہوئے پہ۔ جی یہ مرفوع تیری قلم امی ہو نے کیا جاتے ہیں۔ ترجمہ پاگل ہے؟ یہ تیری امی نے کیا ترجمہ؟ نہیں، مدینہ کی کتی کے بچے، یہ نہ میری امی نے نہیں تو کیا، یہ یہ خنزیر حدیث۔ خنزیر کے گالیاں نہ بچے دو تیری بھائی، ماں نے کیا گالیاں نہ دو ترجمہ؟ یار۔ یہ تیری ماں نے ترجمہ کیا ہے یا یعنی کہ نبی علیہ الصلوۃ والسلام کے الفاظوں کی تم لوگ کرو گے تشریحات خنزیر کے بچوں؟ پھر اس کا مطلب آپ بتا دیں بھائی اسسٹنٹ سرجن۔ یہ نہیں، رجو کے اب بابا نے اب کیا اب یہ ترجمہ، بتاتا ہے، میں رجو بتاتا ہوں کے میں بابا بتاتا ہوں نے۔ میں بتاتا ہوں بھائی، وہ جو مولا علی رضی اللہ تعالیٰ عنہ ایک ٹانگ پہ رقص کرنے لگ گئے تھے، وہ کون سی حالت تھی؟ ذرا یہ بتاؤ ذرا۔ یار مولا علی کرنے لگے تو آپ روایت لگا سکتے ہیں۔ اگر نہیں پتا تو انی کے بچے جاہل، جسے تجھے وہ نہیں آتا، کلمہ پڑھنا نہیں آتا، تو وہ بحث کرے گا، تو کرے گا بحث؟ میں ہیں نے ایک وہ کلمہ نہیں بغیرت، پڑھا تھا، میں نے شہادت دی۔ ایک وہ مطمئن بغیرت جن کے اندر غیرت نہیں ہے، نبی صلی اللہ علیہ وسلم کی طرف کبھی وہ گالیوں کا ترجمہ منسوب کر دیتے ہیں اور یہ کبھی پاگل کہہ دیتے ہیں۔ گجر صاحب، جی برادر بولے۔ ਗੁੱਜਰ ਵੇਖ ਲੈ ਮੈਂ ਤੇਰੇ ਪਿੱਛੇ ਹੀ ਹੁਣ ਸਿੱਧਾ ਹੋਈਆ ਰਾਹੇ ਰਾਸਤੇ ਆਈਆ, ਇੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ ਨੇ ਇੱਥੇ। اللہ یعنی کہ اس کا پیچھے ہے مطلب کہ تو پتہ یہ نہیں ہوا، کیا راہ راست کھیلتا ہے۔ جاہل اس حق کا بھائی آپ مطلب یہ کنٹینیو ہوا کریں یار۔ کہ نبی علیہ الصلوۃ ہاں والسلام نے ایک حرام پاگل خور، کا واقعہ سنایا، اور چل خنزیر تھلے بہ جائے جاہل دے بچے۔ اس کا مطلب ہے نبی علیہ الصلوۃ ਨਾ والسلام ਯਾਰ کو ਸਮਾਨ اس ਭਾਈ، پاگل کا واقعہ سنایا ہے کیونکہ وہ پاگل ہو گیا تھا۔ تو اسی طرح ملحدین جو ہیں اسی حدیث کو لے کر، ابھی جو صحیح مسلم کی حدیث تقویر بھائی بتا رہے تھے، اس حدیث کو لے کر ملحدین جو کہیں لو جی ان کے نبی پاگلوں کا جو ہے وہ واقعہ قصہ سنا کے امت کو کیا تعلیم دے رہے ہیں، اور وہاں پہ لکھا آ رہا ہے کہ اللہ جو ہے وہ توبہ قبول کرتا ہے، سب سے زیادہ خوش ہوتا ہے توبہ پہ۔ تو پاگل توبہ کر رہا ہے، پاگل جو ہے نا وہ ایسے الفاظ ادا کر رہا ہے اور اللہ شکر ادا کر رہا ہے، اللہ جو ہے وہ خوش ہو رہا ہے توبہ کے اوپر۔ لکھ دی لعنت مر جائی ہو تہاڈے اوپر، یعنی کہ تم وہ خنزیر کے بچے ہو کہ جو بغض کے اندر، اہل سنت کے بغض کے اندر نبی صلی اللہ علیہ وسلم کی ذات مبارک کو نہیں چھوڑتے۔ وہ آیا تھا، وہ جو تھا نا جس کی ماں بریں چونک میں 4 کے زیادہ شوہر جو ہے نا وہ لے کر خوش ہوتی ہیں، وہ خنزیر ادھر بھونک رہا ہے۔ استاد محترم ہے۔ السلام علیکم ورحمۃ اللہ، استاد محترم۔ وعلیکم السلام ورحمۃ اللہ۔ اچھا یار، یوٹیوب تے نا لائیو دوبارہ شروع کیتی ہے، بڑا ہی عرصہ ہی ہو گیا یوٹیوب تو اسی منقطع ہو گئے ہیں، تے دوستاں اگے گزارش ہے کہ یوٹیوب نو بھائی مضبوط کرو، جدوں یوٹیوب دی لائیو ہوئے تے پھر ٹک ٹاک تو سارے دوست یوٹیوب تے آن گے،
ਉਹ ਇਹ ਵੇ ਕਿ ਇੱਕ ਮਜ਼ਬੂਤ ਪਲੇਟਫਾਰਮ ਹੈ ਸਾਡਾ YouTube। ਉੱਥੇ ਗੁਫ਼ਤਗੂ ਵੀ ਬੜੇ ਅੱਛੇ ਤਰੀਕੇ ਸਲੀਕੇ ਦੇ ਨਾਲ ਹੋ ਪਾਉਂਦੀ ਹੈ। ਫਿਰ ਕੋਈ ਹਵਾਲਾ ਸ਼ੇਅਰ ਕਰਨਾ ਹੈ, ਵਹਾਣਾ ਹੈ, ਕੋਈ